कि दंदां दा इंसान की जिंदगी च बच्चा पैदा होने तो लैके अंत तक लेखा जोखा की रहिंदा है। विजडम का मतलब यह है कि ਅਸੀਂ ਅਸਿਊਮ ਕਰਦੇ ਹਾਂ ਕਿ 18 ਤੋਂ 25 ਜਦੋਂ ਦੰਦ ਨਿਕਲਦੇ ਆ ਕਿ ਬੰਦਾ ਸਿਆਣਾ ਹੋਣਾ ਚਾਹੀਦਾ। ਇੱਕ ਚੰਗੇ ਭਲੇ ਦੰਦ ਬੰਦੇ ਦੇ ਉਹ ਖਰਾਬ ਕਿਉਂ ਹੋ ਜਾਂਦੇ ਨੇ? ਡਾਈਟ ਦਾ ਉਹਦੇ 'ਚ ਕੀ ਹੈ ਕਿ ਕੁਦਰਤ ਵੱਲੋਂ ਮੂੰਹ ਦੇ ਵਿੱਚ ਬੈਕਟੀਰੀਆਜ਼ ਨੇ, ਉਹ ਜਿਹੜਾ ਐਸਿਡ ਹੈ ਉਹ ਦੰਦ ਦੀ ਜਿਹੜੀ ਉੱਪਰਲੀ ਪਰਤ ਹੈ ਜਿਹਨੂੰ ਅਸੀਂ ਇਨੈਮਲ ਬੋਲਦੇ ਹਾਂ, ਨੇਚਰ ਵੱਲੋਂ ਇੱਕ ਹਾਰਡ ਲੇਅਰ ਦਿੱਤੀ ਹੈ। ਨੇਚਰ ਨੇ ਹਰ ਚੀਜ਼ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਜਿਹੜੀ ਲੇਅਰ ਹੈ ਉਹਨੂੰ ਖੋਰਦਾ ਹੈ। ਕੀੜਾ ਜਿਹੜਾ ਹੁੰਦਾ, ਇਹ ਕੀੜਾ ਜਿਹੜਾ ਦੰਦਾਂ ਨੂੰ ਲੱਗਣਾ ਹੁੰਦਾ, ਇਹ ਵਾਕਈ ਕੀੜਾ ਹੁੰਦਾ ਜਾਂ ਕੋਈ ਹੋਰ ਚੀਜ਼ ਹੁੰਦੀ ਹੈ? ਪਰ ਉਹ ਲੋਕਾਂ ਨੇ ਫਿਰ ਉਸ ਤੋਂ ਬਾਅਦ ਇਹ ਬਣਾ ਲਿਆ ਜੀ ਇਹ ਕੀੜਾ ਹੁੰਦਾ ਹੈ। ਜੇ ਨਾਨ ਸਾਇੰਟੀਫਿਕ ਜਿਹਨਾਂ ਨੂੰ ਨਹੀਂ ਸਟੱਡੀ ਦਾ ਪਤਾ ਜਾਂ ਬੈਕਟੀਰੀਆ ਦਾ ਪਤਾ ਨਹੀਂ, ਉਹ ਹੁਣ ਵੀ ਇਹੀ ਕਹਿੰਦੇ ਆ ਕਿ ਇਹ ਕੀੜਾ ਲੱਗ ਗਿਆ। ਦੰਦਾਂ ਨੂੰ ਕਿਹੜੀਆਂ ਕਾਮਨ ਬਿਮਾਰੀਆਂ ਨੇ, ਆਮ ਬਿਮਾਰੀਆਂ ਨੇ ਜਿਹੜੀਆਂ ਕਿ ਹਰ ਕਿਸੇ ਨੂੰ ਹੀ ਹੋ ਜਾਂਦੀਆਂ ਨੇ? ਬੰਦੇ ਨੇ ਕੋਈ ਵੀ ਹੈ 1 ਮਿੰਟ ਤਾਂ ਲਗਾਉਂਦਾ ਨਹੀਂ ਕੋਈ, ਬਸ ਹਾਂ ਬਿਲਕੁਲ ਇਸੇ ਤਰ੍ਹਾਂ ਠੀਕ ਹੈ, ਖਤਮ ਕਰ। ਕਈ ਬੰਦਿਆਂ ਨੂੰ ਇਹ ਆਦਤ ਹੁੰਦੀ ਹੈ ਕਿ ਦੰਦਾਂ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਜਿਹੜਾ ਉਹ ਰਗੜਦੇ ਨੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਅਕਸਰ ਆਪਾਂ ਇੱਕ ਕਹਾਵਤ ਸੁਣਦੇ ਹਾਂ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ। ਆਖਰ ਦੰਦਾਂ ਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ? ਉਹ ਦੰਦ ਚੰਗੇ ਭਲੇ ਬੰਦੇ ਦੇ ਦੰਦ ਖਰਾਬ ਕਿਉਂ ਹੋ ਜਾਂਦੇ ਨੇ ਅਤੇ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਛੋਟਾ ਜਿਹਾ ਆਪਾਂ ਧਿਆਨ ਰੱਖੀਏ ਅਤੇ ਉਹਨਾਂ ਸਾਡੇ ਦੰਦਾਂ ਦਾ ਜਿਹੜਾ ਉਹ ਅਸੀਂ ਚੰਗੀ ਤਰ੍ਹਾਂ ਧਿਆਨ ਰੱਖ ਸਕਦੇ ਹਾਂ ਅਤੇ ਸਾਰੀ ਜ਼ਿੰਦਗੀ ਜਿਹੜਾ ਉਹ ਸਵਾਦ ਤੋਂ ਵਾਂਝੇ ਨਹੀਂ ਰਹਿ ਪਾਵਾਂਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਅਤੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੈਣ ਲਈ, ਹੱਲ ਲੱਭਣ ਲਈ ਅੱਜ ਅਸੀਂ ਹਾਜ਼ਰ ਹੋਏ ਹਾਂ ਡੈਂਟਲ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾਕਟਰ ਜਗਵਿੰਦਰ ਮਾਨ ਹੋਣਾ ਕੋਲੋਂ, ਜਿਨ੍ਹਾਂ ਤੋਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਦੰਦਾਂ ਦਾ ਕੀ ਲੇਖਾ ਜੋਖਾ ਰਹਿੰਦਾ ਅਤੇ ਕਿਵੇਂ ਆਪਾਂ ਇਸ ਦੰਦਾਂ ਦੀ ਸੰਭਾਲ ਕਰੀਏ ਤਾਂ ਕਿ ਅਸੀਂ ਸਵਾਦ ਤੋਂ ਸਾਰੀ ਜ਼ਿੰਦਗੀ ਵਾਂਝੇ ਨਾ ਰਹਿ ਸਕੀਏ। ਡਾਕਟਰ ਜਗਵਿੰਦਰ ਮਾਨ, ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਮੈਂ ਤੁਹਾਡੇ ਰੂਬਰੂ ਹੋ ਰਹੇ ਹਾਂ ਸਰਦਾਰ ਕੁਲਵੰਤ ਸਿੰਘ ਜੀ ਦੇ ਨਾਲ, ਉਹ ਕੁਝ ਦੰਦਾਂ ਦੀ ਜਾਣਕਾਰੀ ਜੋ ਆਪਾਂ ਦੇ ਸਕਦੇ ਹਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਕੀਤੀ ਹੈ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ, ਦੰਦ ਗਏ ਤੇ ਸਵਾਦ ਗਿਆ। ਵਾਕਈ ਦੰਦ ਗਏ ਤੇ ਸਵਾਦ ਗਿਆ, ਇਹ ਗੱਲ ਸੱਚੀ ਹੈ। ਅਤੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਦਰਸ਼ਕ ਸਾਰੇ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਦੰਦਾਂ ਦਾ ਇਨਸਾਨ ਦੀ ਜ਼ਿੰਦਗੀ 'ਚ ਬੱਚਾ ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਲੇਖਾ ਜੋਖਾ ਕੀ ਰਹਿੰਦਾ ਹੈ। ਤੁਹਾਨੂੰ ਜੋ ਇਹ ਕਹਾਵਤ ਕਹੀ ਹੈ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ, ਏਜ ਓਲਡ ਸੇਇੰਗ ਹੈ। ਠੀਕ ਹੈ ਜੀ, ਇਹ ਬਿਲਕੁਲ ਹਕੀਕਤ ਹੈ। ਤੁਸੀਂ ਜਾਣਦੇ ਹੋ ਕਿ ਜਿਹੜਾ ਬੰਦਾ ਬਲਾਈਂਡ ਹੈ ਉਹਦੇ ਵਾਸਤੇ ਲਾਈਫ ਦਾ ਕੀ ਮੀਨਿੰਗ ਹੈ। ਐ ਸਿਮਿਲਰਲੀ ਜਿਹੜੇ ਬੰਦੇ ਦੇ ਦੰਦ ਨਹੀਂ ਹੈਗੇ ਉਹਨੂੰ ਪੁੱਛੋ ਕਿ ਸਵਾਦ ਕੀ ਹੁੰਦਾ। ਦੇਖੋ ਇਹ ਬੜਾ ਇੰਪੋਰਟੈਂਟ ਪਾਰਟ ਹੈ, ਅਨਫੋਰਚੂਨੇਟਲੀ ਨੈਗਲੈਕਟ ਹੋਇਆ ਹੈ ਬੜੀ ਦੇਰ, ਪਰ ਹੁਣ ਕਾਫੀ ਲੋਕਾਂ 'ਚ ਅਵੇਅਰਨੈਸ ਆਈ ਹੈ, ਲੋਕ ਧਿਆਨ ਵੀ ਰੱਖ ਰਹੇ ਆ, ਪਰ ਸਟਿਲ ਇਨ ਰੂਰਲ ਏਰੀਆਜ਼ ਹਲੇ ਵੀ ਐਜੂਕੇਟ ਕਰਨ ਦੀ ਲੋੜ ਹੈ, ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਹੈ। ਅਤੇ ਜਦੋਂ ਬੱਚੇ ਦਾ ਬਰਥ ਹੁੰਦਾ ਉਹਦੇ ਦੰਦ ਨਹੀਂ ਹੁੰਦੇ 6 ਮਹੀਨੇ ਤੱਕ, ਉਹ ਵੀ ਨੇਚਰ ਦੀ ਗ੍ਰੇਸ ਹੈ ਕਿਉਂਕਿ ਉਹਨੇ ਮਦਰ ਦਾ ਦੁੱਧ ਪੀਣਾ ਹੈ। 6 ਮਹੀਨੇ ਉਹ ਡਾਈਟ ਐਸੀ ਲੈਣੀ ਹੈ ਕਿ ਉਹਨੂੰ ਦੰਦਾਂ ਦੀ ਲੋੜ ਨਹੀਂ ਹੈ, ਲਿਕੁਇਡ ਡਾਈਟ ਹੈ। ਉਸ ਤੋਂ ਬਾਅਦ 6 ਮਹੀਨੇ ਤੋਂ ਉਹਦੇ ਦੰਦ ਆਉਣੇ ਸ਼ੁਰੂ ਹੁੰਦੇ ਆ ਅੱਗੇ ਵਾਲੇ, ਜਿਨ੍ਹਾਂ ਨੂੰ ਅਸੀਂ ਸੈਂਟਰਲ ਇਨਸਾਈਜ਼ਰ ਬੋਲਦੇ ਹਾਂ, ਜਾਂ ਜਿਹੜਾ ਅੱਗੇ ਵਾਲੇ ਦੰਦ ਹੈ। ਉਸ ਤੋਂ ਬਾਅਦ ਉਹ 6 ਸਾਲ ਤੱਕ ਉਹਦੇ ਦੰਦ, 2.5-3 ਸਾਲ ਤੱਕ ਉਹਦੇ ਪੂਰੇ ਹੋ ਜਾਂਦੇ ਆ, ਜਿਹੜੇ 20 ਦੇ 20 ਦੰਦ ਪੂਰੇ ਹੋ ਜਾਂਦੇ ਆ। ਠੀਕ ਹੈ ਜੀ, ਫਿਰ ਉਸ ਤੋਂ 20 ਟੋਟਲ 20 ਦੰਦ ਹੁੰਦੇ ਆ ਬੱਚੇ ਦੇ। ਉਸ ਤੋਂ ਬਾਅਦ 12-13 ਜਿਹੜਾ ਪੱਕਾ ਦੰਦ ਹੈ ਉਹ ਪਹਿਲੇ 6 ਸਾਲ 'ਚ ਆਉਂਦਾ। ਅੱਛਾ, ਮਾਫ਼ ਕਰਨਾ, ਤੁਹਾਨੂੰ ਰੋਕਾਂਗਾ। ਬੱਚਾ ਪੈਦਾ ਹੁੰਦਾ ਤਾਂ ਉਸ 'ਤੇ 10-12 ਸਾਲ ਦੀ ਉਮਰ ਤੱਕ ਉਹਦੇ 20 ਦੰਦ ਆਉਂਦੇ ਨੇ। ਇਹ ਦੰਦ ਆਖਰ ਗਿਰ ਕਿਉਂ ਜਾਂਦੇ ਨੇ ਜੀ ਦੁਬਾਰਾ? 6 ਸਾਲ ਦੀ ਉਮਰ ਤੱਕ ਪਹਿਲਾ ਪੱਕਾ ਦੰਦ ਆਉਂਦਾ, ਲੇਕਿਨ ਆਖਰ ਜਿਹੜੇ ਦੰਦ ਹੁੰਦੇ ਨੇ ਉਹ ਡਿੱਗ ਕਿਉਂ ਪੈਂਦੇ ਨੇ? ਦੇਖੋ ਇਹ ਨੇਚਰ ਦਾ ਫਿਨੋਮੀਨਾ ਹੈ। ਜਦੋਂ ਕਿ ਬੱਚੇ ਦਾ ਮੂੰਹ ਦਾ ਸਾਈਜ਼ ਬੜਾ ਛੋਟਾ ਹੈ, ਇਹ ਸਾਰਾ ਨੇਚਰ ਵੱਲੋਂ ਹੈ। ਉਹਦੇ ਮੂੰਹ 'ਚ ਉਹੀ ਛੋਟਾ ਸਾਈਜ਼ ਵੀ ਛੋਟਾ ਹੈ ਅਤੇ ਦੰਦ ਵੀ ਉਹਨੇ ਕੀ ਅਕਮੋਡੇਟ ਹੋਣੇ ਹੈ। ਵਿਦ ਟਾਈਮ ਉਹ ਗਰੋ ਕਰਦਾ ਹੈ, ਫੇਸ ਵੀ ਗਰੋ ਕਰਦਾ ਹੈ, ਓਰਲ ਕੈਵਿਟੀ ਵੀ ਸਾਈਜ਼ ਵੱਧਦੀ ਹੈ। ਉਸ ਤੋਂ ਇਹ ਨੇਚਰ ਦਾ ਫਿਨੋਮੀਨਾ ਹੈ ਕਿ ਪਹਿਲਾਂ ਕੱਚੇ ਦੰਦ ਉਹ ਜਿਹੜੇ ਫਿਰ ਗਿਰਦੇ ਹੈ, ਉਸ ਤੋਂ ਬਾਅਦ ਪਰਮਾਨੈਂਟ ਆਉਂਦੇ ਆ। ਪਰਮਾਨੈਂਟ 32 ਦੰਦ ਆਉਂਦੇ ਆ ਸਾਡੇ ਪੂਰੇ 32। ਉਹਦੇ ਜਿਹੜੇ ਅੱਗੇ ਵਾਲੇ ਦੰਦ ਹੈ ਉਹਨੂੰ ਅਸੀਂ ਇਨਸਾਈਜ਼ਰ ਬੋਲਦੇ ਹਾਂ। ਉਹ ਜਿਹੜਾ ਖਾਣੇ ਨੂੰ ਕੱਟਦੇ ਹਾਂ ਆਪਾਂ, ਕੱਟਣ ਵਾਸਤੇ ਹੈ, ਠੀਕ ਹੈ, ਫॉर ਕਟਿੰਗ। ਉਸ ਤੋਂ ਬਾਅਦ ਕਨਾਈਨ ਹੈ, ਕੋਈ ਦੇਸੀ ਭਾਸ਼ਾ 'ਚ ਸੂਆ ਵੀ ਕਹਿੰਦੇ ਆ ਉਹਨੂੰ, ਉਹਦਾ ਕੰਮ ਹੈਗਾ ਟੀਅਰ। ਬਾਕੀ ਕਨਾਈਨ ਫੈਮਿਲੀ ਹੈ ਨਾ, ਡੌਗ ਅਤੇ ਜਿਹੜੇ ਲਾਇਨਸ ਹੈ ਉਹਨਾਂ ਦੇ ਪ੍ਰੋਪਰ ਟੀਅਰ ਕਰਦੇ ਆ। ਵਿਦ ਟਾਈਮ ਇਵੋਲੂਸ਼ਨ ਨਾਲ ਆਪਾਂ ਹੁਣ ਕੁਕਡ ਫੂਡ ਖਾ ਰਹੇ ਹਾਂ, ਇਹਦੀ ਜ਼ਿਆਦਾ ਟੀਅਰ ਤਾਂ, ਪਰ ਫਿਰ ਵੀ ਸਮ ਟਾਈਮ ਯੂ ਨੀਡ ਫॉर ਟੀਅਰਿੰਗ ਦੀ, ਹੈ ਨਾ। ਕੋਈ ਚਿਕਨ ਖਾ ਰਹੇ ਹੋ, ਨੋਨ ਵੈਜ ਖਾ ਰਹੇ ਹੋ। ਉਸ ਤੋਂ ਜਿਹੜੇ ਪਿਛਲੇ ਦੰਦ ਹੈ ਪ੍ਰੀ ਮੋਲਰਸ ਐਂਡ ਮੋਲਰਸ, ਠੀਕ ਹੈ ਜੀ, ਉਹ ਹੈਗੇ ਫॉर ਚੂਇੰਗ।
ਫॉर ਚਬਾਉਣ ਵਾਸਤੇ ਜਿਹੜਾ ਫੂਡ ਨੂੰ। ਅਗਰ ਫੂਡ ਤੁਸੀਂ ਡਾਇਰੈਕਟ ਅੰਦਰ ਜਾਏਗਾ ਤਾਂ ਉਹ ਡਾਈਜੈਸਟ ਨਹੀਂ ਹੋਏਗਾ। ਇਸ ਕਰਕੇ ਨੇਚਰ ਵੱਲੋਂ ਜਿਹੜੀ ਇਹ ਟੀਥ ਡੈਂਟਲ ਸੈਟਅਪ ਹੈ, ਇਹ ਸਾਰਾ ਪ੍ਰੋਪਰ ਫੂਡ ਦਾ ਇੱਕ ਬੋਲਸ ਫਾਰਮੇਸ਼ਨ ਕਹਿੰਦੇ ਹਾਂ ਅਸੀਂ ਆਪਣੀ ਸਾਇੰਟੀਫਿਕ ਲੈਂਗੁਏਜ। ਬੋਲਸ ਫਾਰਮੇਸ਼ਨ ਦਾ ਮਤਲਬ ਹੈ ਜਿਹੜਾ ਥੁੱਕ ਹੈ, ਸਲਾਈਵਾ ਹੈ, ਉਹਦੇ ਨਾਲ ਫੂਡ ਮਿਕਸ ਹੋ ਕੇ ਉਹ ਇਸ ਤਰ੍ਹਾਂ ਦਾ ਬਣਦਾ ਕਿ ਉਹ ਡਾਈਜੈਸਟੇਬਲ ਹੋਵੇ ਔਰ ਈਜ਼ੀਲੀ ਨੀਚੇ ਪ੍ਰੋਪਰ ਆਪਣਾ ਪੇਟ 'ਚ ਜਾ ਸਕੇ। ਅੱਛਾ, ਇੱਕ ਆਪਾਂ ਅਕਸਰ ਜਿਹੜੇ ਘਰਾਂ ਦੇ ਵਿੱਚ ਵੀ ਸੁਣਦੇ ਆ ਤੇ ਬਜ਼ੁਰਗਾਂ ਦੇ ਵੀ ਸੁਣਦੇ ਆਏ ਆ ਵੀ ਅਕਲ ਜਾੜ ਵੀ ਹੁੰਦੀ ਹੈ ਕੋਈ ਬੰਦੇ ਦੀ, ਇਦਾਂ ਦਾ ਵੀ ਕੋਈ ਕਨਸੈਪਟ ਹੈ? ਬਿਲਕੁਲ ਹੈ। ਅਕਲ ਜਾੜ ਨੂੰ ਅਸੀਂ ਥਰਡ ਮੋਲਰ ਹੈ। ਜਿਹੜੇ ਟੋਟਲ 32 ਦੰਦ ਹੈ, 28 ਦੰਦ ਤਾਂ ਨਾਰਮਲ ਦੰਦ ਇਰਪਸ਼ਨ ਹੁੰਦੀ ਹੈ 18 ਸਾਲ ਤੱਕ ਹੋ ਜਾਂਦੀ ਹੈ। 18 ਤੋਂ 25 ਦੇ ਵਿੱਚ ਕੁਝ ਦੰਦ ਹੈਗੇ ਆ ਜਿਹੜੇ 4 ਦੰਦ ਹੈ, ਚਾਰੋਂ ਸਾਈਡ ਤੇ ਇੱਕ ਇੱਕ ਨਿਕਲਦਾ, ਉਹਨੂੰ ਅਸੀਂ ਵਿਜ਼ਡਮ ਟੀਥ ਬੋਲਦੇ ਹਾਂ। ਉਹਦਾ ਵਿਜ਼ਡਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਹੈ। ਵਿਜ਼ਡਮ ਦਾ ਮਤਲਬ ਇਹ ਹੈ ਕਿ ਅਸੀਂ ਅਜ਼ਿਊਮ ਕਰਦੇ ਹਾਂ ਕਿ 18 ਤੋਂ 25 ਜਦੋਂ ਦੰਦ ਨਿਕਲਦੇ ਆ ਕਿ ਬੰਦਾ ਸਿਆਣਾ ਹੋਣਾ ਚਾਹੀਦਾ, ਇਸ ਕਰਕੇ ਉਹਦਾ ਨਾਮ ਵਿਜ਼ਡਮ ਟੁੱਥ ਜਾਂ ਟੀਥ ਹੈ। ਪਰ ਜ਼ਿਆਦਾਤਰ ਉਹ ਪ੍ਰੋਬਲਮੈਟਿਕ ਹੈ ਕਿਉਂਕਿ ਬਹੁਤ ਪਿੱਛੇ ਹੁੰਦੇ ਆ, ਸਪੇਸ ਦੀ ਪ੍ਰੋਬਲਮ ਆਉਂਦੀ ਹੈ, ਕਈ ਵਾਰ ਇਰਪਸ਼ਨ 'ਚ ਕਈ ਵਾਰ 4 ਚੋਂ 2 ਨਹੀਂ ਆ ਰਹੇ, ਉਹਦਾ ਜ਼ਿਆਦਾ ਰੋਲ ਨਹੀਂ ਹੁੰਦਾ ਤੁਹਾਡੀ ਫਿਜ਼ੀਓਲੋਜੀ 'ਚ, ਹੈ ਨਾ, ਕਿ ਫੂਡ ਜਿਹੜੀ ਚੂਇੰਗ ਹੋ ਰਹੀ ਹੈ, ਅਗਰ ਉੱਪਰਲੇ 2 ਦੰਦ ਨਹੀਂ ਹੈ, ਨੀਚੇ ਵਾਲੇ ਹੈ, ਤਾਂ ਉਹਦਾ ਕੋਈ ਮੀਨਿੰਗ ਨਹੀਂ। ਫਿਰ ਪ੍ਰੋਬਲਮ ਆਉਂਦੀ ਹੈ, ਯੂ ਹੈਵ ਟੂ ਗੈਟ ਇਟ ਆਊਟ, ਉਹਨੂੰ ਕੱਢਣਾ ਹੀ ਪੈਣਾ। ਅੱਛਾ ਡਾਕਟਰ ਸਾਹਿਬ, ਅਕਸਰ ਦੇਖਣ 'ਚ ਆਉਂਦਾ ਕਿ ਕਈ ਨੌਜਵਾਨਾਂ ਦੇ ਜਿਹੜੇ ਦੰਦ, ਤੁਸੀਂ ਅਕਲ ਜਾੜ ਦੀ ਗੱਲ ਕੀਤੀ ਹੈ, ਤਾਂ ਜਦੋਂ ਇਹ ਦੰਦ ਨਿਕਲਣੇ ਹੁੰਦੇ ਨੇ ਤਾਂ ਕਾਫੀ ਪੇਨ ਹੁੰਦੀ ਹੈ, ਉਹਨਾਂ ਨੂੰ ਦਰਦ ਹੁੰਦਾ, ਉਹ ਦੰਦ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ, ਕਾਫੀ ਟਾਈਮ ਲੱਗ ਜਾਂਦਾ, ਅੰਦਰ ਉਹਦੇ ਉੱਤੇ ਮਾਸ ਚੜਿਆ ਹੁੰਦਾ ਜਾਂ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ। ਇਹ ਅਜਿਹੇ ਮੌਕੇ ਦੇ ਉੱਤੇ ਜਿਹੜਾ ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਇਹ ਜਿਹੜੀ ਪ੍ਰੋਬਲਮ ਤੁਸੀਂ ਕਹਿ ਰਹੇ ਹੋ ਜ਼ਿਆਦਾਤਰ ਥਰਡ ਮੋਲਰ 'ਚ ਹੀ ਹੁੰਦੀ ਹੈ। ਬਾਕੀ ਦੰਦਾਂ ਦੀ ਇਰਪਸ਼ਨ ਨਾਰਮਲ ਹੁੰਦੀ ਹੈ ਸੈਕੰਡ ਮੋਲਰ ਤੱਕ, ਕਿਉਂਕਿ ਉੱਥੇ ਜਾ ਕੇ ਜਿਹੜੀ ਹੱਡੀ ਹੈ ਜਵਾੜੇ ਦੀ, ਰੇਮਸ ਆਫ ਮੈਂਡੀਬਲ ਬੋਲਦੇ ਆ ਉਹਨੂੰ, ਉਹਦਾ ਐਂਗਲ ਬਣ ਜਾਂਦਾ, ਸਪੇਸ ਘੱਟ ਜਾਂਦੀ ਹੈ ਸਮ ਟਾਈਮ, ਅਤੇ ਉਹ ਦੰਦ ਜਾਂ ਫਿਰ ਜੀਭ ਦੀ ਸਾਈਡ ਜਾਊਗਾ ਜਾਂ ਬਾਹਰ ਜਾਊਗਾ, ਉਹਨੂੰ ਅਸੀਂ ਬੱਕੋ ਵਰਸ਼ਨ ਦਾ ਜਾਂ ਲਿੰਗੋ ਵਰਸ਼ਨ ਉਹਦੀ ਟਰਮ ਕਲਾਸੀਫਿਕੇਸ਼ਨ ਹੈ ਇੰਪੈਕਸ਼ਨ ਦੀ, ਹੈ ਨਾ। ਅਗਰ ਦੰਦ ਹੱਡੀ 'ਚੋਂ ਬਾਹਰ ਨਹੀਂ ਆ ਰਹੇ, ਉਹਨੂੰ ਇੰਪੈਕਟਡ ਟੁੱਥ ਬੋਲਦੇ ਆ। ਫਿਰ ਉਹਨੂੰ ਸਰਜੀਕਲੀ ਰਿਮੂਵ ਵੀ ਕਰਨਾ ਪਊਗਾ। ਉਹਦੇ ਵਾਸਤੇ ਤੁਸੀਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਮੈਨੇਜਮੈਂਟ ਨਹੀਂ ਕਰ ਸਕਦੇ, ਕੋਈ ਇੰਟਰਸੈਪਟਿਵ ਕਿ ਜਿਹੜੇ ਤੁਹਾਡੇ ਵਿਜ਼ਡਮ ਟੀਥ ਨੇ ਨਾਰਮਲ ਆ ਜਾਣ, ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਹੈ, ਉਹਨੇ ਜਿਸ ਤਰ੍ਹਾਂ ਆਉਣਾ ਹੋਣੇ ਆਉਣਾ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੋਈ ਦੰਦਾਂ ਦੇ ਆਉਂਦੇ ਕਿਵੇਂ ਨੇ, ਬਾਹਰ ਕਿਵੇਂ ਨਿਕਲਦੇ ਨੇ, ਕਿਹੜੇ ਕਿਸ ਤਰ੍ਹਾਂ ਦੰਦਾਂ ਦੀ ਬਣਤਰ ਹੈਗੀ ਆ। ਹੁਣ ਆਈਏ ਆਪਾਂ ਕਿ ਦੰਦ ਜਿਹੜੇ ਤੰਦਰੁਸਤ ਦੰਦ, ਇੱਕ ਚੰਗੇ ਭਲੇ ਦੰਦ ਬੰਦੇ ਦੇ, ਉਹ ਖਰਾਬ ਕਿਉਂ ਹੋ ਜਾਂਦੇ ਨੇ? ਦੇਖੋ, ਜਿਹੜੀ ਡਿਊ ਟੂ ਇੱਕ ਤਾਂ ਜਿਹੜਾ ਨੇਚਰ ਨੇ ਤੁਹਾਨੂੰ, ਦੇਖੋ ਬਾਡੀ ਹੈ, ਬਾਡੀ ਦੀ ਕੇਅਰ ਤਾਂ ਕਰਨੀ ਪੈਣੀ ਹੈ। ਅਗਰ ਤੁਸੀਂ ਹੇਅਰਸ ਨੂੰ ਪ੍ਰੋਪਰ ਵਾਸ਼ ਨਹੀਂ ਕਰੋਗੇ, ਅੱਖਾਂ ਨੂੰ ਨਹੀਂ ਕਰੋਗੇ, ਬਾਡੀ ਨੂੰ ਨਹੀਂ ਸ਼ਾਵਰ ਲਾਓਗੇ ਜਾਂ ਕੁਝ ਵੀ ਧਿਆਨ ਨਹੀਂ ਰੱਖੋਗੇ, ਹਰ ਚੀਜ਼ ਖਰਾਬ ਹੋ ਜਾਏਗੀ। ਅਨਫੋਰਚੂਨੇਟ ਗੱਲ ਇਹ ਹੈ ਕਿ ਅਸੀਂ ਜੋ ਵੀ ਖਾਣੇ ਪੀਂਦੇ ਹਾਂ ਉਹਦਾ ਕੁਛ ਨਾ ਕੁਛ ਪਾਰਟ ਤੁਹਾਡੇ ਮੂੰਹ 'ਚ ਰਹਿੰਦਾ ਹੈ। ਜਿਸ ਤਰ੍ਹਾਂ ਕੋਈ ਸਟਿੱਕੀ ਫੂਡ ਹੈ, ਮੋਡਲ ਦੇ ਇਹ ਤੁਹਾਡੇ ਇਸ ਤੋਂ ਬਾਅਦ ਚਲੋ ਇਸ ਤਰ੍ਹਾਂ ਦੇਖੋ, ਇਹ ਦੰਦ ਦਾ ਇਹ ਸਟਰਕਚਰ ਹੈ, ਜਿਹੜੇ ਇਹ ਟੋਟਲ ਦੰਦ ਹੈ, ਜਿਹੜੇ ਇਹਨਾਂ ਨੂੰ ਅੱਗੇ ਵਾਲਿਆਂ ਨੂੰ ਅਸੀਂ ਇਨਸਾਈਜ਼ਰਸ ਬੋਲਦੇ ਹਾਂ। ਇਨਸਾਈਜ਼ ਕਰਨ ਵਾਸਤੇ ਕੰਮ ਆਉਂਦੇ ਆ, ਕਟਿੰਗ ਕਰਨ ਵਾਸਤੇ। ਕੋਈ ਵੀ ਤੁਸੀਂ ਚੀਜ਼ ਕੱਟਣੀ ਹੈ ਪਹਿਲਾਂ ਇਹਦੇ ਨਾਲ ਕੱਟਣੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇੱਕੇ ਦੰਦ ਹੈ ਜਿਹੜਾ ਇਹਨੂੰ ਸੂਆ ਬੋਲਦੇ ਆ, ਕਨਾਈਨ ਹੈ, ਇਹ ਟੀਰਿੰਗ ਵਾਸਤੇ ਹੈ। ਇਹ ਪ੍ਰੀ ਮੋਲਰ ਅਤੇ ਮੋਲਰਸ ਇਹ ਫੂਡ ਨੂੰ ਫਾਈਨ ਕਰਨ ਵਾਸਤੇ ਹੈ ਕਿ ਉਹ ਚਬਾਇਆ ਜਾਵੇ ਅਤੇ ਈਜ਼ੀਲੀ ਡਾਈਜੈਸਟ ਹੋ ਸਕੇ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖਰਾਬ ਕਿਸ ਤਰ੍ਹਾਂ ਹੋਣੇ ਆ, ਖਾਣਾ ਜਦੋਂ ਖਾ ਲਿਆ, ਕੋਈ ਸਟਿੱਕੀ ਫੂਡ, ਅੱਜ ਕੱਲ੍ਹ ਬੱਚੇ ਚਾਕਲੇਟ ਖਾ ਰਹੇ ਆ, ਉਹ ਜਿਹੜਾ ਚਾਕਲੇਟ ਹੈ ਜਾਂ ਕੁਛ ਵੀ ਹੈ, ਦੈਟ ਵਿਲ ਸਟਿਕ ਟੂ ਦਿਸ ਸਰਫੇਸ, ਠੀਕ ਹੈ ਜੀ। ਅਗਰ ਬੱਚਾ ਪ੍ਰੋਪਰ ਰਿੰਸ ਕਰ ਲੇ, ਕੁਰਲੀ ਕਰ ਲੇ, ਬਰਸ਼ ਕਰ ਲੇ ਪ੍ਰੋਪਰ, ਤਾਂ ਠੀਕ ਹੋ ਜਾਏਗਾ। ਕੁਛ ਵੀ ਹੈ, ਅਗਰ ਬੱਚੇ ਤੋਂ ਬਿਨਾਂ ਅਡਲਟ ਦੀ ਵੀ ਲਗਾਓ, ਅਸੀਂ ਵੀ ਸਾਰੇ ਖਾਂਦੇ ਹਾਂ। ਕੋਈ ਨੋਨ ਵੈਜ ਫੂਡ ਖਾਇਆ ਤੁਸੀਂ, ਐਨੀ ਸੌਰਟ ਆਫ ਫੂਡ, ਤੁਸੀਂ 3 ਟਾਈਮ ਖਾਣਾ ਹੈ, ਉਹ ਮੂੰਹ 'ਚ ਤਾਂ ਕੁਛ ਰਹਿਣਾ ਹੀ ਹੈ। ਅਗਰ ਤੁਸੀਂ ਕੁਰਲੀ ਕਰ ਲਈ, ਬਰਸ਼ ਕਰ ਲਿਆ ਪ੍ਰੋਪਰ, ਦੈਨ ਥੋੜ੍ਹਾ 90% ਚਾਂਸਿਸ ਘੱਟ ਜਾਂਦੇ। ਕੁਛ ਤਾਂ ਦੇਖੋ ਜਿਹੜੀ ਐਟੀਓਲੋਜੀ ਹੈ ਡੈਂਟਲ ਕੇਰੀਜ਼ ਦੀ, ਕੁਝ ਜੀਨਸ ਦੀ ਵੀ, ਜੈਨੇਟਿਕਲੀ ਵੀ ਇਹਦਾ ਰੋਲ ਹੈਗਾ, ਪਰ ਜਿਹੜਾ ਡਾਈਟ ਦਾ ਰੋਲ ਹੈ ਬੜਾ ਇੰਪੋਰਟੈਂਟ ਹੈ। ਡਾਈਟ ਦਾ ਉਹਦੇ 'ਚ ਕੀ ਹੈ ਕਿ ਕੁਦਰਤ ਵੱਲੋਂ ਮੂੰਹ ਦੇ ਵਿੱਚ ਬੈਕਟੀਰੀਆਜ਼ ਨੇ, 2-3 ਹਜ਼ਾਰ ਸਪੀਸੀਜ਼ ਬੈਕਟੀਰੀਆ ਦੇ ਓਰਲ ਕੈਵਿਟੀ, ਉਹ ਨੇਚਰ ਵੱਲੋਂ ਹੈ, ਸਾਡੀ ਹੈਲਪ ਕਰਦੇ ਆ ਸਾਡੀ ਬਾਡੀ ਨੂੰ ਮੇਨਟੇਨ ਕਰਨ ਵਾਸਤੇ। ਪਰ ਕੁਛ ਜਿਹੜੇ ਮੇਨ ਨੋਟੋਰੀਅਸ ਵੀ ਹੈ, ਉਹਦੇ 'ਚ ਕੀ ਹੈ, ਤੁਸੀਂ ਜਦੋਂ ਇਹ ਕਾਰਬੋਹਾਈਡਰੇਟ ਫੂਡ ਹੈ ਮੇਨ, ਠੀਕ ਹੈ, ਰਿਫਾਈਨਡ ਸ਼ੂਗਰ ਲੈ ਲਈ, ਮੇਨ ਜਿਹੜਾ ਕਲਪਰੇਟ ਹੈ ਉਹਨੂੰ ਸਟ੍ਰੈਪਟੋਕੋਕਸ ਮਿਊਟੈਂਸ ਬੋਲਦੇ ਆ ਬੈਕਟੀਰੀਆ। ਇਟ ਇਜ਼ ਆਲਰੇਡੀ ਪ੍ਰੈਜ਼ੈਂਟ ਇਨ ਦੀ ਓਰਲ ਕੈਵਿਟੀ। ਉਹ ਸ਼ੂਗਰ ਹੈ ਜਿਹੜੀ ਸ਼ੂਗਰ, ਰਿਫਾਈਨਡ ਸ਼ੂਗਰ ਦੰਦਾਂ ਦੇ ਸਰਫੇਸ 'ਤੇ ਲੱਗ ਗਈ ਹੈ। ਬੈਕਟੀਰੀਆ ਵਿਲ ਐਕਟ ਔਨ ਸ਼ੂਗਰ ਐਂਡ ਪ੍ਰੋਡਿਊਸ ਲੈਕਟਿਕ ਐਸਿਡ। ਉਹ ਜਿਹੜਾ ਐਸਿਡ ਹੈ
ਉਹ ਦੰਦ ਦੀ ਜਿਹੜੀ ਉੱਪਰਲੀ ਪਰਤ ਹੈ, ਜਿਹਨੂੰ ਅਸੀਂ ਇਨੈਮਲ ਬੋਲਦੇ ਹਾਂ, ਨੇਚਰ ਵੱਲੋਂ ਇੱਕ ਹਾਰਡ ਲੇਅਰ ਦਿੱਤੀ ਹੈ। ਨੇਚਰ ਨੇ ਹਰ ਚੀਜ਼ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਉਹ ਜਿਹੜੀ ਲੇਅਰ ਹੈ ਉਹਨੂੰ ਖੋਰਦਾ ਹੈ। ਉਹ ਐਸਿਡ ਹੈ ਜਿਹੜਾ, ਤੁਸੀਂ ਸਮਝਦੇ ਹੋ ਤੇਜ਼ਾਬ ਕਿਤੇ ਵੀ ਲਗਾਓਗੇ, ਤੇਜ਼ਾਬ ਕਿਤੇ ਹੀ ਬੋਡੀ 'ਤੇ ਲੱਗੂਗਾ, ਖਰਾਬ ਕਰੂਗਾ। ਉਹ ਜਿਹੜਾ ਇਨੈਮਲ ਹੈ, ਆਲਦੋ ਇਟ ਇਜ਼ ਦੀ ਹਾਰਡੈਸਟ ਸਬਸਟੈਂਸ ਆਫ ਦੀ ਬੋਡੀ, ਸਭ ਤੋਂ ਸਖਤ ਬੋਡੀ ਦਾ ਹਿੱਸਾ ਹੈ, ਪਰ ਉਹ ਐਸਿਡ ਨਾਲ ਉਹਦੇ 'ਚ ਖੋੜ ਬਣ ਜਾਂਦੀ ਹੈ ਇਨੀਸ਼ੀਅਲ। ਅੱਛਾ, ਇਹ ਕੀੜਾ ਜਿਹੜਾ ਹੁੰਦਾ, ਇਹ ਕੀੜਾ ਜਿਹੜਾ ਦੰਦਾਂ ਨੂੰ ਲੱਗਣਾ ਹੁੰਦਾ, ਇਹ ਵਾਕਈ ਕੀੜਾ ਹੁੰਦਾ ਜਾਂ ਕੋਈ ਹੋਰ ਚੀਜ਼ ਹੁੰਦੀ ਹੈ? ਦੇਖੋ ਬੇਸਿਕਲੀ ਇਹ ਦੇਰ ਆਰ 7-8 ਥਿਊਰੀਜ਼ ਹੈ। ਜਦੋਂ ਟੀਓਲੋਜੀ ਆਫ ਡੈਂਟਲ ਕੇਰੀਜ਼ ਪੜ੍ਹਦੇ ਹਾਂ ਨਾ, ਜਦੋਂ ਦੰਦਾਂ ਦੇ ਕੀੜੇ ਲੱਗਣ ਦੀ ਸਟੱਡੀ ਪੜ੍ਹਦੇ ਹਾਂ, ਉਹ 7-8 ਜਿਹੜੀਆਂ ਸਟੋਰੀ ਉਹਦੇ 'ਚ ਹੈਗੀਆਂ, ਠੀਕ ਹੈ, ਬੜੀਆਂ ਜਿਹੜੀਆਂ ਥਿਊਰੀਜ਼ ਹੈ। ਉਹਨਾਂ 'ਚ ਜਿਹੜੀਆਂ ਪਹਿਲਾਂ ਸੀ ਕਿ ਵਾਰਮ ਥਿਊਰੀ ਸੀ, ਉਹ ਅੱਜ ਤੋਂ 500 ਸਾਲ 1000 ਸਾਲ ਪਹਿਲਾਂ ਜਦੋਂ ਮਾਈਕਰੋਬਾਇਓਲੋਜੀ ਲਈ ਡਿਵੈਲਪ ਨਹੀਂ ਹੋਈ ਸੀ, ਜਦੋਂ ਮਿਸਟਰ ਮਿਲਰ ਆਏ, ਉਹਨਾਂ ਨੇ ਥਿਊਰੀ ਦਿੱਤੀ, ਠੀਕ ਹੈ, ਪਤਾ ਲੱਗਿਆ ਕਿ ਕੋਈ ਬੈਕਟੀਰੀਆ ਕੋਈ ਚੀਜ਼ ਹੈ। ਉਹ ਬੇਸਿਕਲੀ ਉਹਨਾਂ ਨੇ ਇੱਕ ਨਾਮ ਦੇਤਾ ਕਿ ਕੀੜਾ ਹੈ ਜੀ। ਬੈਕਟੀਰੀਆ ਦਾ ਪਤਾ ਨਹੀਂ ਕੀ ਬੈਕਟੀਰੀਆ ਹੁੰਦਾ, ਉਸ ਟਾਈਮ ਤੋਂ ਉਹ ਮਾਸੇ 'ਚੋਂ ਚੱਲ ਰਿਹਾ। ਕੀੜਾ ਇਸ ਤਰ੍ਹਾਂ ਕੋਈ ਇਹ ਨਹੀਂ ਕਿ ਯੂ ਕੈਨ ਨਾਟ ਸੀ ਇਟ ਵਿਦ ਦੀ ਨੇਕਡ ਆਈ, ਇਹ ਬੈਕਟੀਰੀਆ ਹੈ, ਦੈਟ ਇਜ਼ ਸਟ੍ਰੈਪਟੋਕੋਕਸ ਮਿਊਟੈਂਸ। ਪਰ ਉਹ ਲੋਕਾਂ ਨੇ ਫਿਰ ਉਸ ਤੋਂ ਬਾਅਦ ਇਹ ਬਣਾ ਲਿਆ ਜੀ ਇਹ ਕੀੜਾ ਹੁੰਦਾ। ਜੇ ਨਾਨ ਸਾਇੰਟੀਫਿਕ ਜਿਹਨਾਂ ਨੂੰ ਨਹੀਂ ਸਟੱਡੀ ਦਾ ਪਤਾ ਜਾਂ ਬੈਕਟੀਰੀਆ ਦਾ ਪਤਾ ਨਹੀਂ, ਉਹ ਹੁਣ ਵੀ ਇਹੀ ਕਹਿੰਦੇ ਆ ਕਿ ਇਹ ਕੀੜਾ ਲੱਗ ਗਿਆ। ਬੇਸਿਕਲੀ ਕੀੜਾ ਕੀ ਹੈ? ਜਿਹੜਾ ਉਹ ਬੈਕਟੀਰੀਆ ਹੈ, ਸ਼ੂਗਰ 'ਤੇ ਐਕਟ ਕਰਕੇ ਐਸਿਡ ਪ੍ਰੋਡਿਊਸ ਕਰਦਾ ਹੈ, ਐਸਿਡ ਉਹਨੂੰ ਖੋਰ ਦਿੰਦਾ ਹੈ, ਉੱਥੇ ਇੱਕ ਸਪੇਸ ਬਣ ਜਾਂਦੀ ਹੈ, ਜਿਹਨੂੰ ਕੈਵਿਟੀ ਬੋਲਦੇ ਹਾਂ। ਕੈਵਿਟੀ ਬੋਲਦੇ ਹਾਂ। ਸ਼ੁਰੂ 'ਚ ਪਹਿਲਾਂ ਵਾਈਟ ਸਪੌਟ ਹੁੰਦਾ, ਫਿਰ ਬਲੈਕ ਹੋਣਾ ਸ਼ੁਰੂ ਹੋ ਜਾਂਦਾ। ਫਿਰ ਅਗਰ ਤੁਸੀਂ ਨਹੀਂ ਕੇਅਰ ਕਰ ਰਹੇ, ਇਫ ਨਾਟ ਵਿਜ਼ਿਟਿੰਗ ਯੂਰ ਡੈਂਟਿਸਟ, ਫਿਰ ਉਹਦਾ ਸਰਫੇਸ ਡੈਮੇਜ ਹੋਣ ਲੱਗ ਜਾਂਦਾ। ਫਿਰ ਜੇ ਤੁਸੀਂ ਦੁਬਾਰਾ ਫਿਰ ਨਹੀਂ ਆਪਣੇ ਡੈਂਟਿਸਟ ਨੂੰ ਤੁਸੀਂ ਨਹੀਂ ਜਾ ਰਹੇ, then it will reach to the neck inner portion, that is called dentine. Then if you neglect at that time also, then it will reach the nerve ending, and that is very painful. Then you have to rush to the clinic, you have no choice, ਤੁਹਾਨੂੰ ਡੈਂਟਿਸਟ ਕੋਲ ਜਾਣਾ ਹੀ ਪਏਗਾ। ਅੱਛਾ ਡਾਕਟਰ ਸਾਹਿਬ, ਇੱਕ ਜਿਹੜੀ ਚੀਜ਼ ਅਕਸਰ ਜਿਹੜੀ ਸੁਣਨ 'ਚ ਆਉਂਦੀ ਹੈ, ਕਹਿੰਦੇ ਜੀ ਖਾਣਾ ਖਾਓ, ਤੁਸੀਂ ਵੀ ਇਹ ਗੱਲ ਕੀਤੀ ਹੈ ਵੀ ਖਾਣਾ ਖਾਓ, ਉਸ ਤੋਂ ਬਾਅਦ ਤੁਸੀਂ ਬਰੱਸ਼ ਕਰ ਲਓ, ਸਾਫ਼ ਕਰ ਲਓ। ਦੈਟ ਇਜ਼ ਵੈਰੀ ਇੰਪੋਰਟੈਂਟ। ਕੀ ਖਾਣਾ ਖਾਂਦੇ ਸਾਰ ਆਪਾਂ ਨਾਲ ਦੀ ਨਾਲ ਬਰੱਸ਼ ਕਰ ਸਕਦੇ ਹਾਂ? ਕਿਉਂਕਿ ਮੈਂ ਕਿਤੇ ਪੜ੍ਹਿਆ ਸੀਗਾ ਕਿ ਖਾਣਾ ਖਾਣ ਤੋਂ ਅੱਧਾ ਘੰਟਾ ਜਾਂ ਪੌਣਾ ਘੰਟਾ ਬਾਅਦ ਆਪਾਂ ਨੂੰ ਬਰੱਸ਼ ਕਰਨਾ ਚਾਹੀਦਾ, ਕਿਉਂਕਿ ਦੰਦਾਂ ਦੇ ਅੰਦਰ ਕੁਝ ਇਸ ਤਰ੍ਹਾਂ ਦੇ ਐਸਿਡ ਹੁੰਦੇ ਨੇ ਜਾਂ ਜਿਹੜੀ ਚੀਜ਼ ਨੂੰ ਖਾਣੇ ਨੂੰ ਹਜਮ ਕਰਨ ਲਈ ਜਿਹੜੀ ਉਹ ਜ਼ਰੂਰੀ ਹੁੰਦੇ ਨੇ, ਅਤੇ ਜੇਕਰ ਆਪਾਂ ਨਾਲ ਦੀ ਨਾਲ ਦੰਦ ਉਹ ਕਰ ਲੈਂਦੇ ਹਾਂ ਤਾਂ ਉਹ ਕੋਈ ਖਰਾਬੀ ਕਰਦਾ। ਇਸ ਤਰ੍ਹਾਂ ਦਾ ਕੋਈ ਕਨਸੈਪਟ ਹੈਗਾ? ਦੇਖੋ ਇਸ ਤਰ੍ਹਾਂ ਦਾ, ਦੇਖੋ ਇਹਨਾਂ ਤੁਸੀਂ ਜਦੋਂ ਖਾਣਾ 10-15 ਮਿੰਟ ਲੱਗਣੇ ਆ, ਉਹਦੇ 'ਚ ਖਾਣੇ 'ਚ ਹੌਟ ਫੂਡ ਹੈ। ਸਪੋਜ਼ ਕਰੋ ਮੈਂ ਆਈਸਕ੍ਰੀਮ ਖਾ ਰਹੇ ਹਾਂ, ਬਹੁਤ ਜ਼ਿਆਦਾ ਠੰਡੀ ਹੈ ਨਾ, ਐਕਸਟ੍ਰੀਮ ਟੈਂਪਰੇਚਰ ਹੈ, ਜਾਂ ਹੌਟ ਕੌਫੀ ਲੈ ਲਈ ਮੈਂ, ਠੀਕ ਹੈ, ਦੈਟ ਇਜ਼ ਡੈਂਟਰੀਮੈਂਟਲ ਟੂ। ਅਗਰ ਉਸ ਤੋਂ ਬਾਅਦ ਉਹਦਾ ਮਤਲਬ ਇਹ ਹੈ ਕਿ ਤੁਸੀਂ ਜੋ ਤੁਹਾਡਾ ਸਲਾਈਵਾ ਬੰਦ ਹੈ, ਜਦੋਂ ਪ੍ਰੋਪਰ ਖਾਣਾ ਖਾ ਲਿਆ ਤੁਸੀਂ, ਜਿਹੜੀ ਡਾਈਜੈਸ਼ਨ ਹੈ, ਡਾਈਜੈਸ਼ਨ ਤਾਂ ਐਸਿਡ ਨੇ ਅੰਦਰ ਦੀ ਨੇ ਕਰਨੀ ਹੈ। ਤੁਸੀਂ 2 ਮਿੰਟ 4 ਮਿੰਟ ਬਾਅਦ ਤੁਸੀਂ ਆਪਣਾ ਬਰੱਸ਼ ਕਰ ਸਕਦੇ ਹੋ। ਉਹ ਇਸ ਤਰ੍ਹਾਂ ਦਾ ਕੋਈ ਨਹੀਂ ਵੀ 30 ਮਿੰਟ ਦੀ ਵੇਟਿੰਗ ਹੈ ਜਾਂ 20 ਮਿੰਟ ਦੀ ਵੇਟਿੰਗ ਹੈ। 5-4 ਮਿੰਟ ਬਾਅਦ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਈ ਮੇਜਰ ਉਹ ਨਹੀਂ ਹੈਗਾ। ਉਹ ਤਾਂ ਸਿਰਫ ਉਦੋਂ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਉਦੋਂ ਰੋਲ ਹੈ ਸਲਾਈਵਾ ਦਾ ਨਾ। ਜਦੋਂ ਪੇਟ 'ਚ ਚਲਾ ਗਿਆ, ਜਿਹੜਾ ਬਚ ਗਿਆ ਫੂਡ, ਉਹ ਤਾਂ ਅੰਦਰ ਜਾਣਾ ਹੀ ਨਹੀਂ। ਫਿਰ ਉਹ ਜਿਹੜਾ ਸਟਕ ਕਰ ਗਿਆ, ਉਹਨੂੰ ਬਰੱਸ਼ ਕਰਨਾ ਹੀ ਜ਼ਰੂਰੀ ਹੈ। ਅੱਛਾ, ਇੱਕ ਜਿਹੜੀ ਚੀਜ਼ ਤੁਸੀਂ ਦੱਸੋ ਕਿ ਤੁਸੀਂ ਹੁਣ ਦੰਦਾਂ ਦੀ ਬਿਮਾਰੀ ਦੀ ਗੱਲ ਕੀਤੀ ਹੈ, ਦੰਦਾਂ ਨੂੰ ਕਿਹੜੀਆਂ ਕਾਮਨ ਬਿਮਾਰੀਆਂ ਨੇ, ਆਮ ਬਿਮਾਰੀਆਂ ਨੇ ਜਿਹੜੀਆਂ ਕਿ ਹਰ ਕਿਸੇ ਨੂੰ ਹੀ ਹੋ ਜਾਂਦੀਆਂ ਨੇ, ਅਤੇ ਉਹ ਤੁਸੀਂ ਥੋੜ੍ਹਾ ਡਿਫਾਈਨ ਕਰੋ ਵੀ ਇਹ ਕਿਸ ਤਰ੍ਹਾਂ ਹੁੰਦੀਆਂ ਨੇ? ਜੀ ਦੇਖੋ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਤਾਂ ਹੈਗੀ ਹੈ, ਜਿਹਨੂੰ ਇਹ ਦੇਸੀ ਭਾਸ਼ਾ 'ਚ ਦੰਦਾਂ ਨੂੰ ਕੀੜਾ ਲੱਗਣਾ ਕਹਿੰਦੇ ਆ, ਦੈਟ ਇਜ਼ ਡੈਂਟਲ ਕੇਰੀਜ਼, ਠੀਕ ਹੈ, ਜਾਂ ਟੁੱਥ ਡਿਕੇ ਬੋਲਦੇ ਆ। ਉਹਦਾ ਅਗਰ ਤੁਸੀਂ ਲਿਟਰੇਚਰ ਪੜ੍ਹੋਗੇ, ਇਟ ਇਜ਼ ਜਿਹੜਾ ਰੇਟ ਆਫ ਇੰਸੀਡੈਂਸ ਐਂਡ ਪ੍ਰੈਵਲੈਂਸ ਹੈ ਆਫ ਡੈਂਟਲ ਕੇਰੀਜ਼, ਮਤਲਬ ਜਿਹੜਾ ਇਹਦਾ ਚਾਂਸ ਹੈ ਹੋਣ ਦਾ, ਉਹ 70 to 80% ਹੈ, ਠੀਕ ਹੈ ਜੀ। ਪਰ ਹੁਣ ਕੀ ਹੈ ਕਿ ਜਿਹੜਾ ਤੁਹਾਡਾ ਲਾਈਫ ਸਟਾਈਲ ਹੈ ਉਹ ਚੇਂਜ ਹੋ ਗਿਆ, ਇਸ ਕਰਕੇ ਕੇਰੀਜ਼ ਦਾ ਜ਼ਿਆਦਾ ਚਾਂਸਸ ਹੁਣ ਜ਼ਿਆਦਾ ਹੈ, ਕਿਉਂਕਿ ਪੁਰਾਣੇ ਬੰਦੇ ਦੀ ਡਾਈਟ ਸੀਗੀ ਉਹ 'ਚ ਕਾਰਬੋਹਾਈਡਰੇਟ ਦੀ ਇਨਕਲੂਜਨ ਨਹੀਂ ਸੀ ਇੰਨੀ, ਨਾ ਕੈਂਡੀ ਹੈ, ਨਾ ਚਾਕਲੇਟ ਹੈ, ਨਾ ਟੌਫੀ ਹੈ। ਐਵਰੇਜ ਬੰਦੇ ਨੂੰ ਹੁਣ ਵੀ ਨਹੀਂ ਬੱਚੇ ਨੂੰ ਮਿਲ ਰਿਹਾ ਹੈ ਨਾ। ਉਹ ਛੋਟਾ ਮੋਟਾ ਜਿਸੇ ਉਹਨੇ ਕੋਈ ਕੈਰਟ ਖਾ ਲਈ, ਕੋਈ ਗਾਜਰ ਮੂਲੀ ਕੁਝ ਵੀ ਖਾ ਲਿਆ ਹੈ ਨਾ, ਉਹ ਸੈਲਫ ਕਲੀਨਜ਼ਿੰਗ ਫੂਡਸ ਹੈ। ਜਿੰਨਾ ਤੁਸੀਂ ਕਾਰਬੋਹਾਈਡਰੇਟ ਇਨਟੇਕ ਹੋਊਗਾ, ਉਨਾ ਹੀ ਤੁਹਾਡਾ ਡੈਂਟਲ ਕੇਰੀਜ਼ ਦੀ ਪ੍ਰੋਬਲਮ ਵਧੂਗੀ। ਸਭ ਤੋਂ ਵੱਡੀ ਪ੍ਰੋਬਲਮ ਹੈ ਡੈਂਟਲ ਕੇਰੀਜ਼ ਦੀ। ਉਸ ਤੋਂ ਬਾਅਦ ਜਿਹੜੇ ਸਾਡੇ ਮਸੂੜੇ ਹੈ, ਦੰਦ ਦੇ ਸਰਾਊਂਡਿੰਗ ਦਾ ਟਿਸ਼ੂ ਹੈ, ਉਹਨੂੰ ਮਸੂੜਿਆਂ ਦੀ ਪ੍ਰੋਬਲਮ ਹੁੰਦੀ ਹੈ। ਅਗਰ ਤੁਸੀਂ ਪ੍ਰੋਪਰ ਉਹਨਾਂ ਦੀ ਮਸਾਜ ਨਹੀਂ ਕਰੋਗੇ, ਪ੍ਰੋਪਰ ਕੇਅਰ ਨਹੀਂ ਕਰੋਗੇ, ਉਹਦਾ ਜਿਹੜਾ ਕਲਰ ਹੈ ਚੇਂਜ ਹੋਣਾ ਸ਼ੁਰੂ ਹੋ ਜਾਂਦਾ। ਅੱਛਾ, ਦੰਦਾਂ ਦੇ ਨਾਲ ਮਸੂੜਿਆਂ ਦੀ ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ? ਉਨਾ ਹੀ ਜ਼ਰੂਰੀ ਹੈ, ਪਾਰਟ ਐਂਡ ਪਾਰਸਲ ਆਫ ਦੀ ਡੈਂਟਲ ਸੈਟਅਪ ਹੈ। ਜਿਹੜਾ ਮਸੂੜਿਆਂ ਦਾ ਧਿਆਨ ਕਿਸ ਤਰ੍ਹਾਂ ਰੱਖ ਸਕਦਾ, ਇਹ ਵੀ ਨਾਲ? ਮਸੂੜਿਆਂ ਦਾ ਇਹ ਹੈ ਜੀ, ਦੇਖੋ ਮਸੂੜਿਆਂ ਦਾ ਇੱਕ ਤਾਂ ਤੁਸੀਂ ਪ੍ਰੋਪਰ ਮਸਾਜ ਕਰਨੀ ਹੈ ਉਹਦੀ,
ਬ੍ਰਸ਼ ਯੂਜ਼ ਕਰੋਗੇ ਤੁਹਾਨੂੰ ਸੁਪਰ ਸੌਫਟ ਬ੍ਰਸ਼ ਯੂਜ਼ ਕਰਨਾ ਚਾਹੀਦਾ, ਡੋਂਟ ਗੋ ਫॉर ਹਾਰਡ ਬ੍ਰਸ਼। ਉਹ ਬ੍ਰਸ਼ ਦੇ ਨਾਲ ਵੀ ਤੁਸੀਂ ਅਗਰ ਮਸਾਜ ਹੋ ਜਾਏਗੀ ਨਾ ਗਮਸ ਦੀ, ਉਹ ਵੀ ਇਕੁਅਲੀ ਬੈਨੀਫੀਸ਼ੀਅਲ ਹੈ। ਦੂਸਰਾ, ਨੇਚਰ ਵੱਲੋਂ ਇਸ ਤਰ੍ਹਾਂ ਦਾ ਫਿਨੋਮੀਨਾ ਕਿ ਗਮਸ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਅਗਰ ਤੁਸੀਂ ਬ੍ਰਸ਼ਿੰਗ ਪ੍ਰੋਪਰ ਟੈਕਨੀਕ ਹੋਵੇ। ਟੈਕਨੀਕ ਦਾ ਮਤਲਬ ਤੁਸੀਂ ਪ੍ਰੋਪਰ ਬ੍ਰਸ਼ ਕਰ ਰਹੇ ਹੋ। ਥੋੜਾ ਜਿਹਾ ਤੁਹਾਡੇ ਕੋਲ ਹੈਗਾ, ਤੁਸੀਂ ਥੋੜਾ ਦੱਸ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਬ੍ਰਸ਼ ਕਰਨਾ ਚਾਹੀਦਾ ਤੇ ਕੀ ਆਪਾਂ ਕੋਈ ਬੰਦਾ ਜਿਹੜਾ ਉਹ ਦਵਾ ਦਵ ਜਿਹੜਾ ਰਗੜੇ ਚਾੜਨ ਲੱਗ ਜਾਂਦਾ? ਮੇਨ ਪ੍ਰੋਬਲਮ ਕੀ ਹੈ, ਅੱਜ ਜਿਹੜਾ ਲਾਈਫ ਸਟਾਈਲ ਹੈ ਬਹੁਤ ਰਸ਼ ਆ ਰਿਹਾ ਹੈ ਨਾ। ਤੁਸੀਂ ਸਵੇਰੇ ਆਫਿਸ ਦਾ ਟਾਈਮ ਹੈ, ਤੁਸੀਂ ਸ਼ਾਵਰ ਲੈਣਾ, ਉਸ ਤੋਂ ਬਾਅਦ ਬੰਦੇ ਨੇ ਕੋਈ ਵੀ ਹੈ 1 ਮਿੰਟ ਤਾਂ ਲਗਾਉਂਦਾ ਨਹੀਂ ਕੋਈ, ਬਸ ਹਾਂ ਬਿਲਕੁਲ ਇਸੇ ਤਰ੍ਹਾਂ, ਠੀਕ ਹੈ, ਖਤਮ ਕਹਾਣੀ। ਬਟ ਯੂ ਹੈਵ ਟੂ ਸਪੈਂਡ ਔਨ ਬ੍ਰਸ਼ਿੰਗ ਐਟਲੀਸਟ 2 to 3 ਮਿੰਟਸ, ਠੀਕ ਹੈ ਜੀ। ਬੈਟਰ ਸੁਜੈਸਟਡ ਇਹ ਹੈ ਕਿ ਉੱਪਰਲਾ ਪੋਰਸ਼ਨ ਤੁਸੀਂ ਡਿਫਰੈਂਟ ਕਰੋ ਕਿ ਤੁਸੀਂ ਯੂ ਹੈਵ ਟੂ ਮੂਵ ਫਰੋਮ ਗਮਸ ਟੂ ਟੀਥ। ਇਸ ਤਰ੍ਹਾਂ ਬ੍ਰਸ਼ ਨਹੀਂ ਕਰਦਾ, ਇਹ ਮੂਵਮੈਂਟ ਗਲਤ ਹੈ। ਮੋਸਟਲੀ ਜੋ ਕਰਦੇ ਆ ਉਹ ਇਸ ਤਰ੍ਹਾਂ ਕਰਦੇ ਆ, ਇਹ ਤਾਂ ਬਿਲਕੁਲ ਹੀ ਰੋਂਗ ਹੈ। ਇਹਦੇ ਨਾਲ ਕੀ ਹੈ, ਜਿਹੜਾ ਇੱਥੇ ਜਿਹੜਾ ਗਮ ਜੰਕਸ਼ਨ ਹੈ ਨਾ ਬਿਟਵੀਨ ਗਮ ਐਂਡ ਦੀ ਟੀਥ, ਇੱਥੇ ਕੱਟ ਪੈ ਜਾਂਦੇ ਆ, ਕਿਉਂਕਿ ਉਹ ਜਿਹੜੇ ਬ੍ਰਸ਼ ਹੈ ਸੁਪਰ ਸੌਫਟ ਉਹ ਤਾਂ ਹੁਣ ਆਏ ਹੈ। ਪਹਿਲਾਂ ਲੋਕਾਂ ਨੂੰ ਕੰਸੈਪਟ ਸੀ ਕਿ ਗੋ ਫॉर ਹਾਰਡ ਬ੍ਰਸ਼, ਕਿਉਂਕਿ ਜਿੰਨਾ ਹਾਰਡ ਹੋਏਗਾ ਉਨਾ ਈਜ਼ੀਲੀ ਸਾਫ਼ ਹੋਏਗਾ। ਇਹ ਮਿਸਕਨਸੈਪਸ਼ਨ ਸੀ। ਪਰ ਜਿਹੜਾ ਇਹ ਬ੍ਰਸ਼ ਹੈ ਇਹਨੂੰ ਜੈਂਟਲੀ ਕਰਨਾ, ਜੈਂਟਲੀ ਐਂਡ ਫਰਮਲੀ, ਠੀਕ ਹੈ। ਉੱਪਰਲਾ ਯੂ ਸ਼ੁਡ ਮੂਵ ਫਰੋਮ ਗਮਸ ਟੂ ਟੀਥ ਲਾਈਕ ਦਿਸ, ਇਹ ਮੂਵਮੈਂਟ ਚਾਹੀਦੀ ਹੈ। ਨੀਚੇ ਤੋਂ ਇਸ ਤਰ੍ਹਾਂ ਕਰਨਾ, ਇਟਸ ਲਿਟਲ ਬਿਟ ਡਿਫਿਕਲਟ ਹੈ, ਵੈਨ ਯੂ ਪ੍ਰੈਕਟਿਸ ਤੁਹਾਡਾ ਈਜ਼ੀਲੀ ਹੋ ਜਾਏ। ਅੰਦਰਲੀ ਸਾਈਡ ਤੋਂ ਸਿਮਿਲਰ ਇਸ ਤਰ੍ਹਾਂ ਇਹ ਮੂਵ ਕਰਨੀ। Direction should be from gums to teeth. This is the main ਜਿਹੜਾ ਇਹ ਉਹ ਹੈ, ਠੀਕ ਹੈ। ਫਿਰ ਜਿੱਥੋਂ ਖਾਣਾ ਖਾ ਰਹੇ ਹਾਂ ਇਹਨੂੰ ਬਸ ਜੈਂਟਲ ਸਟ੍ਰੋਕ ਇਸ ਤਰ੍ਹਾਂ। ਫਿਰ ਮੋਸਟ ਇੰਪੋਰਟੈਂਟ ਹੈ ਟੰਗ ਕਲੀਨਿੰਗ। ਜੋ ਟੰਗ ਹੈ, ਜੀਭ ਸਾਫ਼ ਕਰਨਾ ਵੀ ਜ਼ਰੂਰੀ ਹੈ। ਜੀਭ ਦੇ ਕੁਝ ਟੰਗ ਕਲੀਨਰ ਬੜੇ ਹਾਰਡ ਆਉਂਦੇ, ਮੈਟੈਲਿਕ ਹੈ, ਉਹ ਐਡਵਾਈਜ਼ੇਬਲ ਨਹੀਂ ਹੈ ਕਿਉਂਕਿ ਫੰਗਲ ਇਨਫੈਕਸ਼ਨ ਹੈ, ਠੀਕ। ਕੈਂਡੀਐਸਿਸ ਆ, ਉਹ ਇੰਜਰੀ ਹੋ ਜਾਂਦੀ ਹੈ। ਜੋ ਸਾਡੇ ਟੇਸਟ ਬਡਸ ਹੈ ਨਾ ਸਾਰੀਆਂ, ਜੋ ਅਸੀਂ ਖਾਣਾ ਖਾਂਦੇ ਹਾਂ, ਸਾਨੂੰ ਮਿੱਠਾ ਸੋਰ ਹੈ, ਸਵੀਟ ਹੈ, ਬਿਟਰ ਹੈ, ਉਹ ਸਾਰਾ ਟੰਗ ਦੇ ਪੋਸਟੀਰੀਅਰ ਸਾਈਡ ਤੇ ਨੇਚਰ ਵੱਲੋਂ ਕੁਝ ਧਾਗੇ ਹੈ, ਉੱਥੋਂ ਹੀ ਪਤਾ ਚੱਲਦਾ ਸਾਨੂੰ ਟੇਸਟ ਦਾ। ਇਸ ਕਰਕੇ ਉਹਨੂੰ ਇੰਜਰੀ ਹੋ ਜਾਏਗੀ। ਇਸ ਕਰਕੇ ਜਿਹੜਾ ਗੋ ਫॉर ਗੁੱਡ ਟੂਥਬ੍ਰਸ਼, ਗੁੱਡ। ਅੱਛਾ, ਜੀਭ ਨੂੰ ਸਾਫ਼ ਕਰਨਾ ਜ਼ਰੂਰੀ ਕਿਉਂ ਹੁੰਦਾ? ਤੁਸੀਂ ਕੁਝ ਦੇਖੋ, ਜਿਹੜਾ ਟੰਗ ਦੀ ਕੋਟਿੰਗ ਹੈ, ਦੇਖੋ ਹਰ ਚੀਜ਼ ਨੂੰ ਸਾਫ਼ ਕਰਨਾ ਜ਼ਰੂਰੀ ਹੈ ਬੋਡੀ ਦਾ। ਤੁਸੀਂ ਕਿਸੇ ਪਾਰਟ ਨੂੰ ਨੈਗਲੈਕਟ ਨਹੀਂ ਕਰ ਸਕਦੇ, ਚਾਹੇ ਆਈ ਹੈ, ਚਾਹੇ ਨੋਜ਼ ਹੈ, ਚਾਹੇ ਹੇਅਰ ਹੈ। ਸਿਮਿਲਰਲੀ ਵਿਦ ਦੀ ਟੰਗ, 24 ਘੰਟੇ ਜੋ ਤੁਸੀਂ ਖਾਣਾ ਪੀਣਾ ਖਾ ਰਹੇ ਹੋ ਉਹਦੇ ਡਿਪੋਜ਼ਿਟ ਵੀ ਹੁੰਦਾ ਹੈ, ਔਰ ਫੰਗਲ ਇਨਫੈਕਸ਼ਨ ਦੇ ਚਾਂਸਸ ਹੋ ਜਾਂਦੇ ਹੈ ਕਲੀਨਿਕ ਕਰੋਗੇ ਤਾਂ, ਠੀਕ ਹੈ ਜੀ। ਉਹਦੇ 'ਚ ਕੀ ਹੈ, ਹੇਅਰੀ ਟੰਗ ਹੋ ਜਾਂਦੀ ਹੈ, ਮਤਲਬ ਹੋਰ ਕਾਫੀ ਪ੍ਰੋਬਲਮਸ ਆਉਂਦੀਆਂ ਟੰਗ ਦੀਆਂ। ਚਲੋ ਇਹ ਤਾਂ ਇੱਕ ਜਿਹੜੀ ਹਿਸਟੋਪੈਥੋਲੋਜੀਕਲੀ ਡਿਫਰੈਂਟ ਹੈ ਹੇਅਰੀ ਟੰਗ ਦਾ, ਉਹਦੇ ਨਾਲ ਇਹ ਓਰਲ ਹਾਈਜੀਨ ਨਾਲ ਕੋਈ ਲਿੰਕ ਨਹੀਂ ਹੈ। ਪਰ ਬ੍ਰਸ਼ ਕਰਨਾ ਟੰਗ ਨੂੰ, ਅਗਰ ਤੁਹਾਡੇ ਕੋਲ ਟੰਗ ਕਲੀਨਰ ਨਹੀਂ ਹੈ ਤਾਂ ਗੋ ਬ੍ਰਸ਼ ਨਾਲ ਸਾਫ਼ ਕਰ ਲਓ ਤੁਸੀਂ। ਇੱਕ ਕਈ ਬੰਦਿਆਂ ਨੂੰ ਇਹ ਆਦਤ ਹੁੰਦੀ ਹੈ ਕਿ ਦੰਦਾਂ ਨੂੰ ਜ਼ਰੂਰਤ ਨਾਲ ਜ਼ਿਆਦਾ ਜਿਹੜਾ ਉਹ ਰਗੜਦੇ ਨੇ, ਜ਼ਰੂਰਤ ਨਾਲ ਜ਼ਿਆਦਾ, ਤੇ ਉਹਦੇ ਨਾਲ ਵੀ ਜਿਹੜੀ ਆ ਐਨੈਮਲ ਕੋਟਿੰਗ ਜਿਹੜੀ ਹੁੰਦੀ ਆ ਉਹ ਉੱਤੋਂ ਉਤਰ ਜਾਂਦੀ ਹੈ, ਤੇ ਦੰਦ ਦੇ ਵਿੱਚ ਜਿਹੜੀ ਆਹ ਬਣਤਰ ਹੁੰਦੀ ਹੈ ਇਹ ਘਸ ਜਾਂਦੀ ਹੈ। ਤੇ ਇਹ ਜੇਕਰ ਇਸ ਤਰ੍ਹਾਂ ਦੀ ਸਿਚੁਏਸ਼ਨ ਆਵੇ ਤਾਂ ਫਿਰ ਉਹਨੂੰ ਕੀ ਕਰਨਾ ਚਾਹੀਦਾ? ਦੇਖੋ, ਨੰਬਰ 1 ਤਾਂ ਤੁਸੀਂ ਪੇਸ਼ੈਂਟ ਕਿਉਂ ਆਉਂਦਾ ਡੈਂਟਲ ਕਲੀਨਿਕ 'ਚ, ਉਹਨੂੰ ਪੇਨ ਹੈ, ਇਸ ਕਰਕੇ ਆਉਂਦਾ। ਔਰ ਜੋ ਨੇਚਰ ਵੱਲੋਂ ਪ੍ਰੋਬਲਮ ਕੀ ਹੈ, ਜਿਹੜੀਆਂ ਇਨੀਸ਼ੀਅਲ ਸਟੇਜਸ ਦੀਆਂ ਸਾਡੀਆਂ ਡਿਜ਼ੀਜ਼ ਹੈ ਨਾ, ਉਹ ਪੇਨਲੈਸ ਹੈ। ਇਸ ਕਰਕੇ ਉਹ ਪੇਸ਼ੈਂਟ ਨੈਗਲੈਕਟ ਕਰ ਦਿੰਦਾ। ਜਦ ਤੱਕ ਉਹਨੂੰ ਦਰਦ ਨਹੀਂ ਹੁੰਦੀ ਉਹ ਕਲੀਨਿਕ ਨਹੀਂ ਵਿਜ਼ਿਟ ਕਰਦਾ, ਠੀਕ ਹੈ ਜੀ। ਮੇਨ ਇਹ ਹੈ ਕਿ ਤੁਸੀਂ ਪ੍ਰੋਪਰ ਬ੍ਰਸ਼ ਕਰਦੇ ਰਹੋ, ਆਪਣੀ ਓਰਲ ਹਾਈਜੀਨ ਮੇਨਟੇਨ ਕਰੋ, ਮਾਊਥ ਵਾਸ਼ ਯੂਜ਼ ਕਰ ਲਓ। ਫਲੋਸਿੰਗ ਆਉਂਦੀ ਹੈ, ਇੱਕ ਧਾਗਾ ਹੁੰਦਾ ਹੈ, ਇਹ ਧਾਗਾ ਹੈ, ਇਹਨੂੰ ਭਾਜੀ ਥੋੜਾ ਦੂਰ ਰੱਖ ਸਕਦੇ ਹੋ, ਥੋੜਾ ਦੂਰ। ਫਲੋਸਿੰਗ ਕਰਕੇ ਇੱਕ ਇਹ ਫਲੋਸ ਹੈ, ਇਹਨੂੰ ਫਲੋਸ ਬੋਲਦੇ ਆ। ਇਹ ਵੈਕਸਡ ਥ੍ਰੈਡ ਹੈ। ਹੁਣ ਬ੍ਰਸ਼ ਹੈ, ਜਿਹੜਾ ਬ੍ਰਸ਼ ਸਿਰਫ ਤੁਹਾਡੇ ਆ ਸਰਫੇਸ ਸਾਫ਼ ਕਰੇਗਾ ਬਾਹਰ ਵਾਲੇ, ਜਿਹੜਾ ਇੰਟਰਡੈਂਟਲ ਸਪੇਸ ਹੈ, ਦੰਦ ਜਿੱਥੇ ਆਪਸ ਜੁੜੇ ਹੋਏ ਹੈ, ਇਸ ਤਰ੍ਹਾਂ ਫਿੰਗਰਸ ਹੈ ਮੇਰੀਆਂ, ਇੱਥੇ ਬ੍ਰਸ਼ ਤਾਂ ਜਾ ਹੀ ਨਹੀਂ ਸਕਦਾ, ਠੀਕ ਹੈ ਨਾ। ਫਿਰ ਉਸ ਦੇ ਵਾਸਤੇ ਅਸੀਂ ਇਹ ਯੂਜ਼ ਕਰਦੇ ਹਾਂ, ਇਹਦੀ ਪ੍ਰੋਪਰ ਟੈਕਨੀਕ ਹੈ, ਠੀਕ ਹੈ ਜੀ। ਯੂ ਸ਼ੁੱਡ ਲਰਨ ਦਿਸ ਟੈਕਨੀਕ ਫਰੋਮ ਦੀ ਡੈਂਟਿਸਟ ਕਿ ਕਿਸ ਤਰ੍ਹਾਂ ਇਹ ਸਾਫ਼ ਕਰਨਾ ਹੈ।
ਠੀਕ ਹੈ ਜੀ। ਇਹਨੂੰ ਵੀ ਦਿਸ ਇਜ਼ ਐਡਵਾਈਜ਼ੇਬਲ ਕਿ ਤੁਸੀਂ ਇੱਕ ਦਿਨ ਜੇ ਰੋਜ਼ ਕਰ ਸਕਦੇ ਹੋ ਤਾਂ ਬੜੀ ਅੱਛੀ ਗੱਲ ਹੈ, ਪਰ ਥੋੜ੍ਹਾ ਜਿਹਾ ਇਹਨੂੰ ਕੀ ਟੈਕਨੀਕ ਪ੍ਰੋਬਲਮ ਕੀ ਹੈ, ਪੇਸ਼ੈਂਟ ਇੰਜਰ ਕਰ ਲੈਂਦਾ ਆਪਣੇ ਆਪ ਨੂੰ ਗਮਸ ਨੂੰ, ਇਸ ਕਰਕੇ ਵਨ ਮਸਟ ਲਰਨ ਦਿਸ ਟੈਕਨੀਕ ਫਰੋਮ ਦੀ ਐਕਸਪਰਟ। ਇੱਕ ਦੋ ਵਾਰੀ ਕਲੀਨਿਕ ਜਾਓ, ਜਾਂ ਕੋਈ ਡੈਂਟਲ ਬੰਦਾ, ਗੋ ਟੂ ਅ ਕੁਆਲੀਫਾਈਡ ਡੈਂਟਿਸਟ, ਹੀ ਔਰ ਸ਼ੀ ਵਿਲ ਟੈਲ ਯੂ। ਅੱਛਾ, ਇਸ ਤੋਂ ਇਲਾਵਾ ਦੰਦਾਂ ਦੀਆਂ ਹੋਰ ਕੀ, ਇੱਕ ਤਾਂ ਤੁਸੀਂ ਬੈਕਟੀਰੀਆ ਦੱਸਿਆ, ਇਸ ਤੋਂ ਇਲਾਵਾ ਜਿਹੜੀਆਂ ਕਾਮਨ ਬਿਮਾਰੀਆਂ ਨੇ ਜਿਹੜੀਆਂ ਆਮ ਤੌਰ ਦੇ ਉੱਤੇ ਜਿਹੜੀਆਂ ਖਿਆਲ ਨਹੀਂ ਰੱਖਦੇ ਤੇ ਉਹਦੇ ਕਰਕੇ ਹੋ ਜਾਂਦੀਆਂ ਨੇ, ਉਹ ਕਿਹੜੀਆਂ ਨੇ? ਡੈਂਟਲ ਕੇਰੀਜ਼ ਤੋਂ ਇਲਾਵਾ ਜੋ ਮਸੂੜੇ ਦੀ ਪ੍ਰੋਬਲਮ ਹੈ ਉਹਨੂੰ ਅਸੀਂ ਬੋਲਦੇ ਹਾਂ ਜਿੰਜੀਵਾਈਟਸ। ਉਹਦੇ 'ਚ ਕੀ ਮਸੂੜੇ ਹੈ, ਮਸੂੜੇ ਦਾ ਕਲਰ ਹੈ ਨਾ ਜੀ, ਉਹ ਪਿੰਕ ਹੁੰਦਾ ਹੈ, ਕੋਰਲ ਪਿੰਕ ਬੋਲਦੇ ਹਾਂ ਅਸੀਂ। ਜਦੋਂ ਤੁਸੀਂ ਉਹਨੂੰ ਨੈਗਲੈਕਟ ਕਰੋਗੇ, ਓਰਲ ਹਾਈਜੀਨ ਤੁਸੀਂ ਨਹੀਂ ਮੇਨਟੇਨ ਕੀਤੀ, ਜਿਹੜੇ ਗਮਸ ਹੈ ਦੰਦ ਤੇ ਜਿਹੜਾ ਇਹਦੇ ਵਿਚਕਾਰ ਹੈ ਜੋ ਗਮਸ ਤੇ ਇੱਕ ਲੇਅਰ ਬਣਨੀ ਸ਼ੁਰੂ ਹੋ ਜਾਏਗੀ। ਉਹਦੇ ਨਾਲ ਕੀ ਹੈ, ਜਿਹੜਾ ਗਮ ਹੈ ਇਟ ਵਿਲ ਅਸੀਡ ਅਪਵਰਡ, ਨੀਚੇ ਵਾਲਾ ਨੀਚੇ ਜਾਣਾ ਸ਼ੁਰੂ ਹੋ ਜਾਏਗਾ। ਇਹ ਨੇਚਰ ਦਾ ਫਿਨੋਮੀਨਾ ਹੈ, ਪਲਾਕ ਫਾਰਮੇਸ਼ਨ ਹੈ, ਫਿਰ ਕੈਲਕੂਲਸ ਹੁੰਦਾ ਹੈ। ਅਗਰ ਤੁਸੀਂ ਨੈਗਲੈਕਟ ਕਰੋਗੇ ਤਾਂ ਇਹ ਤੁਹਾਡੇ ਡੈਮੇਜ ਹੋਣਗੇ, ਮਸੂੜੇ ਲਾਲ ਰੰਗ ਦੇ ਹੋ ਜਾਣਗੇ, ਦੇ ਵਿਲ ਗਿਵ ਦੀ ਸਪੌਂਜੀ ਅਪੀਅਰੈਂਸ, ਸਪੌਂਜੀ ਅਪੀਅਰੈਂਸ ਹੋਏਗੀ, ਬਲੀਡ ਕਰਨਗੇ, ਪੇਨਫੁਲ ਹੋਏਗਾ। ਇਸ ਕਰਕੇ ਅਗਰ ਤੁਸੀਂ ਪ੍ਰੋਪਰ ਓਰਲ ਹਾਈਜੀਨ ਮੇਨਟੇਨ ਕਰ ਰਹੇ ਹੋ, ਬਰਸ਼ ਕਰ ਰਹੇ ਹੋ ਆਫਟਰ ਐਵਰੀ ਮੀਲਸ, ਫਲੋਸ ਯੂਜ਼ ਕਰ ਰਹੇ ਹੋ, ਸਟਿੱਕੀ ਫੂਡ ਅਵੋਇਡ ਕਰ ਰਹੇ ਹੋ, ਗੁੱਡ ਕੁਆਲਿਟੀ ਟੂਥ ਬਰਸ਼ ਯੂਜ਼ ਕਰ ਰਹੇ ਹੋ, ਐਂਡ ਯੂ ਆਰ ਵਿਜ਼ਿਟਿੰਗ ਯੂਰ ਡੈਂਟਿਸਟ ਵਾਂਸ ਇਨ 6 months, ਕਿਉਂਕਿ ਤੁਹਾਨੂੰ ਨਹੀਂ ਪਤਾ ਚੱਲਿਆ ਕਲੇਮੈਨ ਨੂੰ ਕੀ ਪ੍ਰੋਬਲਮ ਹੈ। ਇਸ ਕਰਕੇ ਯੂ ਹੈਵ ਟੂ ਗੋ ਟੂ ਦੀ ਡੈਂਟਿਸਟ। 6 ਮਹੀਨੇ ਬਾਅਦ ਤੁਹਾਨੂੰ ਵਿਜ਼ਿਟ ਕਰਨਾ ਹੀ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਇੱਕ ਆਮ ਜਿਹੜਾ ਘਰੇਲੂ ਇਨਸਾਨ ਹੈ, ਜਿਸ ਨੂੰ ਨਾ ਤਾਂ ਕੋਈ ਅੰਗਰੇਜ਼ੀ ਬਹੁਤੀ ਆਉਂਦੀ ਹੈ ਤੇ ਨਾ ਹੀ ਉਹ ਕਿਤਾਬਾਂ ਪੜ੍ਹਦਾ, ਲੇਕਿਨ ਦੰਦ ਉਹਦੇ ਵੀ ਲੱਗੇ ਹੋਏ ਨੇ, ਉਹਨੂੰ ਕੀ ਤੁਸੀਂ ਸਲਾਹ ਦੇਵੋਗੇ ਤਾਂ ਕਿ ਉਹਦੇ ਦੰਦ ਵੀ ਜਿਹੜੇ ਨੇ ਉਹ ਤੰਦਰੁਸਤ ਰਹਿਣ? ਦੇਖੋ, ਮੈਂ ਸਮਝਦਾ ਕੋਈ ਗਰੀਬ ਬੰਦਾ, ਉਹਦੇ ਕੋਲ ਨਹੀਂ ਅਫੋਰਡੇਬਿਲਟੀ ਹੈ, ਕਲੀਨਿਕ ਨਹੀਂ ਜਾ ਸਕਦਾ, ਉਹ ਕਮ ਸੇ ਕਮ ਬਰਸ਼ ਤਾਂ ਅਫੋਰਡ ਕਰ ਹੀ ਸਕਦਾ ਹੈ। ਦੇਖੋ 15-20 ਰੁਪਏ ਦਾ ਬਰਸ਼ ਆਉਂਦਾ ਹੈ, ਟੁੱਥਪੇਸਟ ਹੈ ਆਮ ਜਿਹੜਾ ਮਾਰਕੀਟ 'ਚ ਹੈ। ਈਵਨ ਜਿਹੜੀ ਬਰਸ਼ਿੰਗ ਹੈ ਨਾ, ਵਿਦਾਊਟ ਪੇਸਟ ਇਜ਼ ਇਕੁਅਲੀ ਇਫੈਕਟਿਵ। ਕਈ ਲਿਟਰੇਚਰ 'ਚ ਹੀ ਲਿਖਿਆ ਪੇਸਟ ਦੀ ਤਾਂ ਬਹੁਤ ਥੋੜ੍ਹੀ ਜ਼ਰੂਰਤ ਹੈ ਕਿ ਤੁਹਾਨੂੰ ਇੱਕ ਜਿਹੜੀ ਫੋਮਿੰਗ ਐਕਸ਼ਨ ਹੈ ਉਹਦਾ, ਠੀਕ ਹੈ। ਕੁਝ ਡਿਟਰਜੈਂਟ ਵੀ ਹੈ ਕਿ ਉਹ ਤੁਹਾਨੂੰ ਮਜ਼ਾ ਵੀ ਨਹੀਂ ਆਉਂਦਾ। ਇਸ ਕਰਕੇ ਅਗਰ ਉਹ ਪ੍ਰੋਪਰ ਬਰਸ਼ ਕਰ ਰਿਹਾ ਨਾ, ਜਿਹੜਾ ਬਰਸ਼ ਹੈ ਡੇਢ ਮਹੀਨੇ 15-20 ਰੁਪਏ ਖਰਚ ਲਏ, ਟੋਟਲ 100 ਰੁਪਏ ਦਾ ਖਰਚਾ ਉਹਦਾ ਮਹੀਨੇ ਦਾ ਇੱਕ ਬੰਦੇ ਦਾ। ਇਹ ਸਾਰੇ ਆਪਣੇ ਦੂਸਰਾ ਫੂਡ ਦਾ ਧਿਆਨ ਰੱਖੇ, ਕੋਈ ਗੁੜ ਚੀਨੀ ਖਾਣੀ ਹੈ ਤਾਂ ਬਰਸ਼ ਕਰੇ। ਅੱਛਾ, ਇੱਕ ਜਿਹੜੀ ਚੀਜ਼ ਸੀਗੀ ਪਹਿਲਾਂ ਲੋਕ ਜਿਹੜੇ ਸੀ ਉਹ ਕੋਲੇ ਨਾਲ ਵੀ ਕਰ ਲੈਂਦੇ ਸੀ ਤੇ ਉਹ ਕਰਦੇ ਆਪਣਾ ਨਮਕ ਦੇ ਨਾਲ ਵੀ ਕਰ ਲੈਂਦੇ ਸੀ, ਕੋਈ ਇਸ ਤਰ੍ਹਾਂ ਦਾ ਕਨਸੈਪਟ ਜਿਹੜਾ ਅੱਜ ਵੀ ਹੈਗਾ ਜੀ? ਦੇਖੋ, ਨਮਕ ਦੀ ਸੋਡੀਅਮ ਕਲੋਰਾਈਡ ਹੈ, ਠੀਕ ਹੈ ਨਾ ਜੀ, ਕਿੰਨੇ ਥਾਂ ਤੇ ਅਸੀਂ ਸਾਡੀ ਬੋਡੀ 'ਚ ਵੀ ਨਮਕ ਹੈ। ਉਹ ਜਿਹੜਾ ਕੋਲੇ ਦਾ ਕੀ ਹੈ, ਇਹ ਬੇਸਿਕਲੀ ਦਾ ਅਬਰੇਸਿਵ ਐਕਸ਼ਨ ਹੈ। ਹੁਣ ਜਿਹੜੇ ਪਾਊਡਰਡ ਟੁੱਥ ਪਾਊਡਰ ਆਉਂਦੇ ਸੀ ਨਾ ਪਹਿਲਾਂ, ਅੱਜ ਕੱਲ੍ਹ ਤੁਸੀਂ ਦੇਖੋਗੇ ਨਹੀਂ ਯੂਜ਼ ਹੋ ਰਹੇ, ਉਹ ਕਿਉਂਕਿ ਸਾਇੰਟੀਫਿਕਲੀ ਉਹ ਰਿਜੈਕਟ ਹੋ ਗਏ ਹੈ। ਉਹਦੇ ਜਿਹੜਾ ਅਬਰੇਸਿਵ ਏਜੰਟ ਹੈ, ਅਬਰੇਸਿਵ ਏਜੰਟ ਮਤਲਬ ਜਿਹੜਾ ਦੰਦਾਂ ਨੂੰ ਉਹ ਖਰਾਬ ਕਰਦਾ ਹੈ। ਉਹਦੇ 'ਚ ਪਿਊਮਿਸ ਹੁੰਦਾ ਹੈ, ਚੌਕ ਹੈ, ਠੀਕ ਹੈ, ਐਲੂਮੀਨੀਅਮ ਆਕਸਾਈਡ ਹੈ, ਕਈ ਤਰ੍ਹਾਂ ਦੇ। ਉਹ ਕਿਉਂਕਿ ਪਹਿਲਾਂ ਨਹੀਂ ਸਟੱਡੀ ਇੰਨੀ ਨਹੀਂ ਸੀ ਅਨਫੋਰਚੂਨੇਟਲੀ, ਹੈ ਨਾ। ਡੈਂਟਲ ਦਾ ਲਿਟਰੇਚਰ ਜਦੋਂ ਮੈਂ ਡਿਗਰੀ ਕੀਤੀ ਹੈ 90 ਤੱਕ, ਉਹਨਾਂ ਹਾਲੇ ਅਵੇਅਰਨੈਸ ਨਹੀਂ ਸੀ। 30 ਸਾਲਾਂ 'ਚ ਸਾਰੀ ਸਟੱਡੀ ਵੀ ਅਪਸਾਈਡ ਡਾਊਨ ਹੋ ਗਈ ਹੈ, ਔਰ ਜੋ USA ਟ੍ਰੀਟਮੈਂਟ ਹੋ ਰਿਹਾ ਉਹ ਇੱਥੇ ਕਰ ਰਿਹਾ ਕਲੀਨਿਕ, ਤੁਹਾਡੇ ਪੇਸ਼ੈਂਟ ਨੂੰ ਕਲੀਨਿਕ ਮਿਲ ਰਿਹਾ, ਇੰਟਰਨੈਟ ਅਵੇਲੇਬਲ ਹੈ, ਠੀਕ ਹੈ ਜੀ। ਫਿਰ ਦੰਦਾਂ ਦੇ ਤੁਸੀਂ ਜਿਹੜੇ ਦੇਖੋ ਡਿਸਕਲਰੇਸ਼ਨ ਹੋ ਜਾਂਦੀ ਹੈ, ਬਲੀਚ ਕਰਾ ਲਓ, ਉਹਦਾ ਬੜਾ ਅੱਛਾ ਟ੍ਰੀਟਮੈਂਟ ਹੈ। ਵਨੀਅਰਸ ਹੈ, ਲੈਮੀਨੇਟਸ ਹੈ, ਚਲੋ ਲਿਟਲ ਬਿਟ ਐਕਸਪੈਂਸਿਵ ਹੈ ਕੰਮ ਬੰਦੇ ਵਾਸਤੇ, ਪਰ ਅਗਰ ਬਰਸ਼ ਕਰਦਾ ਰਹੇ ਪ੍ਰੋਪਰ, ਦਾਤੂਨ ਕਰ ਲਿਓ। ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਟੁੱਥ ਸਟਿਕ ਦਾ ਕੰਸੈਪਟ ਹੈ, ਉਹਦੇ 'ਚ ਵੀ ਟੈਨਿਕ ਐਸਿਡ ਹੈ। ਤੁਸੀਂ ਚਿਊ ਕਰੋਗੇ ਤੁਹਾਡਾ ਮਸਕੂਲੇਚਰ ਡਿਵੈਲਪ ਹੋਏਗਾ, ਠੀਕ ਹੈ। 15-20 ਮਿੰਟ ਤੁਸੀਂ ਦੇਖਦੇ ਸੀ ਪੁਰਾਣੇ ਬੰਦੇ ਆਪਣੇ ਕਰਦੇ ਸੀ, ਫਿਰ ਉਹ ਬਰਸ਼ ਬਣਾ ਲੈਂਦੇ ਸੀ ਉਹਦਾ, ਫਿਰ ਉਹ ਬਰਸ਼ ਕਰਦੇ ਸੀ। ਫਿਰ ਫਟਕੜੀ ਐਲੂਮੀਨੀਅਮ ਆਕਸਾਈਡ ਹੋਵੇ, ਫਟਕੜੀ ਦੇ ਗਰਾਰੇ ਕਰਦੇ ਸੀਗੇ। ਦੇਖੋ ਜੋ ਚੀਜ਼ਾਂ ਪੁਰਾਣੀਆਂ ਨੇ ਉਹਨੂੰ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਹੈ, ਉਹਨੂੰ ਤੁਸੀਂ ਨੈਗਲੈਕਟ ਨਹੀਂ ਕਰ ਸਕਦੇ। ਉਹ ਸਾਡੇ ਫੋਰਫਾਦਰਸ ਹੈ, ਜਾਂ ਜਿਹੜੇ ਸ਼ੁਰੂ ਜਿਨ੍ਹਾਂ ਨੇ ਵੀ ਕੰਮ ਕੀਤਾ, ਅਸੀਂ ਹੌਲੀ ਹੌਲੀ ਉਹਨਾਂ ਤੋਂ ਸਿੱਖ ਕੇ ਅੱਗੇ ਆਏ। ਕੋਸ਼ਿਸ਼ ਤਾਂ ਕੀਤੀ ਨਾ ਉਹਨਾਂ ਨੇ ਕੁਝ ਨਾ ਕੁਝ। ਹਾਂ, ਜਿਹੜੀਆਂ ਚੀਜ਼ਾਂ ਹੁਣ ਸਾਇੰਟੀਫਿਕਲੀ ਨਹੀਂ ਪ੍ਰੂਵ ਰਹੀਆਂ, ਉਹਨਾਂ ਨੂੰ ਅਸੀਂ ਡਿਸਅਪਰੂਵ ਕਰੀ ਜਾਂਦੇ ਹਾਂ, ਅੱਗੇ ਹੋਰ ਸਰਚ ਹੋ ਰਹੀ ਹੈ। ਇਸ ਕਰਕੇ ਇੱਕ ਬੰਦਾ ਜੇ ਬਰਸ਼ ਵੀ ਨਹੀਂ ਕਰ ਰਿਹਾ ਨਾ, ਕੁਰਲੀ ਵੀ ਕਰ ਲਿਆ ਅੱਛੀ ਤਰ੍ਹਾਂ, ਉਹਦਾ 75% ਕੰਮ ਠੀਕ ਹੋ ਗਿਆ। ਕੁਰਲੀ ਕਰੀ ਜਾਵੇ ਨਾ 3-4 ਵਾਰੀ, ਉਹ 3 ਵਾਰੀ ਕੁਰਲੀ ਕਰ ਰਹੇ ਖਾਣਾ ਖਾਣ ਤੋਂ ਬਾਅਦ, ਔਰ ਮਿੱਠਾ ਅਵੋਇਡ ਕਰੇ, ਠੀਕ ਹੈ ਜੀ। ਜਿਹੜੀ ਅਗਰ ਗਮਸ ਦੀ ਡਿਸੀਜ਼ ਨੂੰ ਤੁਸੀਂ ਨੈਗਲੈਕਟ ਕਰੋਗੇ, ਫਿਰ ਇਟ ਵਿਲ ਇਨਵੋਲਵ ਦੀ ਜਿਹੜਾ ਬੋਨ ਹੈ ਜੀ ਹੱਡੀ 'ਚ ਲੱਗਿਆ ਦੰਦ, ਉਹਨੂੰ ਕੀ ਬੋਲਦੇ ਆ, ਕਈ ਬੰਦੇ ਨਹੀਂ ਬੋਲਦੇ ਪਾਇਰੀਆ ਹੋ ਗਿਆ। ਪਾਇਰੀਆ ਹੋਈ ਹੈ ਕਿ ਇਟ ਇਜ਼
ਇਫ ਯੂ ਨੈਗਲੈਕਟ ਦੀ ਇਨੀਸ਼ੀਅਲ ਸਟੇਜ ਜਿੰਜੀਵਾਈਟਸ, ਫਿਰ ਉਹ ਪੈਰੀਡੋਨਟਾਈਟਸ ਹੈ। ਪੈਰੀਡੋਨਟਾਈਟਸ ਮੀਨ ਜੋ ਸਰਾਊਂਡਿੰਗ ਟਿਸ਼ੂ ਹੈ ਢੁੱਧ ਦਾ, ਉਹ ਸਾਰਾ ਹੀ ਇਨਵੋਲਵ ਕਰ ਲੇਗਾ ਉਹਨੂੰ। ਪੈਰੀਡੋਨਟਲ ਲਿਗਾਮੈਂਟ ਹੈ, ਬੋਨ ਹੈ, ਸੀਮੈਂਟਮ ਹੈ, ਉਹ ਸਾਰਾ ਪੋਰਸ਼ਨ ਇਨਵੋਲਵ ਹੋ ਜਾਏਗਾ, ਹੱਡੀ ਗਲ ਜਾਏਗੀ ਤੇ ਟੁੱਥ ਵਿਲ ਬਿਕਮ ਮੋਬਾਈਲ। ਖਾਣ ਸਕਦਾ, ਯੂ ਹੈਵ ਟੂ ਗੈਟ ਇਟ ਆਊਟ। ਹੋਰ ਕੁਝ ਮੈਂ ਤੁਹਾਡੇ ਕੋਲ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਹਕੀਕਤ ਟੀਵੀ ਪੰਜਾਬੀ ਨਾਲ ਗੱਲ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਡਾਕਟਰ JS ਮਾਨ, ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਕਿ ਦੰਦਾਂ ਦੀ ਬਣਤਰ ਜਿਹੜੀ ਉਹ ਕਿਸ ਤਰ੍ਹਾਂ, ਦੰਦ ਜਿਹੜੇ ਨੇ, ਇਨਸਾਨ ਦੇ ਦੰਦ ਕਿਸ ਤਰ੍ਹਾਂ ਆਉਂਦੇ ਨੇ, ਕਿਹੜੇ ਕਿਹੜੇ ਦੰਦ ਨੇ, ਕੀ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਸਾਡੇ ਦੰਦ ਖਰਾਬ ਹੋ ਜਾਂਦੇ ਨੇ, ਅਤੇ ਕਿਸ ਤਰ੍ਹਾਂ ਅਸੀਂ ਆਪਣੇ ਦੰਦਾਂ ਦੀ ਸੰਭਾਲ ਰੱਖ ਸਕਦੇ ਹਾਂ। ਗੱਲਬਾਤ ਇੱਥੇ ਹੀ ਨਹੀਂ ਖਤਮ ਹੋਏਗੀ। ਡਾਕਟਰ ਮਾਨ ਕੋਲ ਆਪਾਂ ਇੱਕ ਵਾਰ ਫੇਰ ਆਵਾਂਗੇ ਅਤੇ ਆਉਂਦੇ ਰਹਾਂਗੇ। ਸਿਰਫ ਇੰਤਜ਼ਾਰ ਰਹੇਗਾ ਕਿ ਤੁਸੀਂ ਸਾਨੂੰ ਕਿਸ ਤਰ੍ਹਾਂ ਦੇ ਸਵਾਲ ਕਰਦੇ ਹੋ, ਕਿਸ ਤਰ੍ਹਾਂ ਦੀ ਤੁਸੀਂ ਜਿਹੜੀ ਹੈ ਉਹ ਚਾਹੁੰਦੇ ਹੋ ਕਿ ਕੀ ਅਸੀਂ ਸਵਾਲ ਇਹਨਾਂ ਤੋਂ ਲਈਏ ਅਤੇ ਕਿਸ ਤਰ੍ਹਾਂ ਦੀ ਇੰਟਰਵਿਊ ਇਹਨਾਂ ਤੋਂ ਹੋਰ ਕਰੀਏ। ਸੋ ਇਹ ਅਤੇ ਕੁਝ ਹੋਰ ਸਵਾਲਾਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।